ਮੇਰੇ ਖਿਆਲ ਦੇ ਨਾਲ ਭਾਈ ਤਰਸੇਮ ਸਿੰਘ ਜੀ ਸੁਣ ਰਹੇ ਆ। ਸੋ ਕਮੈਂਟ ਕਰਕੇ ਦੱਸੋਗੇ ਕਿ ਮੇਰੀ ਆਵਾਜ਼ ਤੁਹਾਡੇ ਤੱਕ ਸਾਫ਼ ਆ ਰਹੀ। ਆਮੀਨ ਹਾਲੇਲੂਇਆ। ਸੋ ਜੈਸਾ ਖੁਦਾ ਨੇ ਕੀਤਾ ਕਿ ਹਨੇਰੇ ਨੂੰ ਰੋਸ਼ਨੀ ਦੇ ਨਾਲੋਂ ਵੱਖਰਾ ਕੀਤਾ, ਸੋ ਇਹ ਗੱਲ ਸਾਡੇ ਅੱਗੇ ਪ੍ਰਗਟ ਕਰਦੀ ਹੈ ਪਰਮੇਸ਼ਵਰ ਇਹਨਾਂ ਦੋਨਾਂ ਨੂੰ ਇੱਕੋ ਸਮੇਂ ਦੇ ਵਿੱਚ ਇੱਕੋ ਜਗ੍ਹਾ ਤੇ ਦੇਖਣਾ ਨਹੀਂ ਚਾਹੁੰਦਾ। ਉਸੇ ਤਰ੍ਹਾਂ ਪਰਮੇਸ਼ਵਰ ਪਹਿਲਾਂ ਧਰਮੀ ਨੂੰ ਬਣਾਉਂਦਾ ਹੈ। ਪਰਮੇਸ਼ਵਰ ਬਣਾਉਂਦਾ ਧਰਮੀ, ਇਨਸਾਨ ਧਰਮੀ ਬਣ ਨਹੀਂ ਸਕਦਾ। ਪਰਮੇਸ਼ਵਰ ਜਿਹਨੂੰ ਠਹਿਰਾਉਂਦਾ ਆ ਉਹ ਧਰਮੀ ਹੈ, ਇਨਸਾਨ ਆਪ ਧਰਮੀ ਬਣ ਨਹੀਂ ਸਕਦਾ। ਸੋ ਜਦੋਂ ਦੀ ਰੌਸ਼ਨੀ ਸਾਡੇ ਉੱਤੇ ਪ੍ਰਗਟ ਹੁੰਦੀ ਹੈ ਤੇ ਪਰਮੇਸ਼ਵਰ ਸਾਨੂੰ ਧਰਮੀਆਂ ਦੀ ਮੰਡਲੀ ਦੇ ਵਿੱਚ ਲਿਆ ਕੇ ਖੜਾ ਕਰਦਾ ਹੈ, ਔਰ ਫਿਰ ਅਸੀਂ ਧਰਮੀਆਂ ਦੀ ਸੰਗਤੀ ਕਰਦੇ ਹੋਏ ਸਿੱਧਤਾ ਤੱਕ ਪਹੁੰਚਣਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ। ਸੋ ਪਰਮੇਸ਼ਵਰ ਨੇ ਜਿਵੇਂ ਰੌਸ਼ਨੀ ਨੂੰ ਹਨੇਰੇ ਤੋਂ ਵੱਖਰਾ ਰੱਖਿਆ, ਤਿਵੇਂ ਪਰਮੇਸ਼ਵਰ ਚਾਹੁੰਦਾ ਹੈ ਕਿ ਜਿਹੜੇ ਧਰਮੀ ਲੋਕ ਆ ਉਹ ਗੁਨਾਹਗਾਰ ਲੋਕਾਂ ਤੋਂ ਅੱਡ ਰਹਿਣ। ਜਿਵੇਂ ਇੱਕ ਅਸੀਂ ਵਚਨ ਪੜਾਂਗੇ, ਜ਼ਬੂਰ, ਉਸਦਾ ਪਹਿਲਾ ਜ਼ਬੂਰ और ਉਹਦੀ ਪਹਿਲੀ ਆਇਤ ਅਸੀਂ ਦੇਖਦੇ हैं, क्या ही धन्य है वह पुरुष जो दुष्टों की युक्ति पर नहीं चलता और न पापियों के मार्ग में खड़ा होता है और न ठट्ठा करने वालों की मंडली में बैठता है, परंतु वह तो यहोवा की व्यवस्था से प्रसन्न रहता है, उसकी व्यवस्था में मगन रहता है और उसकी व्यवस्था पर दिन रात ध्यान करता है। ਸੋ ਪਰਮੇਸ਼ਵਰ ਦੀ ਇੱਛਾ ਹੈ ਕਿ ਜਿਹਨੂੰ ਉਹਨੇ ਧਰਮੀ ਠਹਿਰਾਇਆ, ਜਿਹਨੂੰ ਧਰਮੀ ਹੋਣ ਦੇ ਲਈ ਬੁਲਾਇਆ, ਪਰਮੇਸ਼ਵਰ ਚਾਹੁੰਦਾ ਹੈ ਉਹ ਇਹਨਾਂ ਤੋਂ ਅਲੱਗ ਰਵੇ। ਔਰ ਜਦੋਂ ਅਸੀਂ ਬਾਈਬਲ ਦੇ ਅਧਿਐਨ ਕਰਦੇ ਹਾਂ ਤੇ ਦੇਖਦੇ ਹਾਂ ਬਾਈਬਲ ਦਾ ਅਧਿਐਨ ਕਰਦੇ ਵਕਤ ਕਿ ਬਹੁਤ ਵਾਰ ਸਾਡੇ ਸਾਹਮਣੇ ਇਹ ਆਉਂਦਾ ਹੈ ਕਿ ਪਰਮੇਸ਼ਵਰ ਚਾਹੁੰਦਾ ਹੈ ਕਿ ਉਹਦੇ ਲੋਕ ਅਲੱਗ ਰਹਿਣ, ਅਲੱਗਤਾਈ ਦੇ ਵਿੱਚ ਰਹਿਣ। ਜੈਸਾ ਅਸੀਂ ਪੜ੍ਹਦੇ ਹਾਂ ਪਹਿਲਾ ਪਤਰਸ ਉਹਦਾ 2 ਅਧਿਆਏ 9 ਆਇਤ ਵਿੱਚ, ਤੁਮ ਇੱਕ ਚੁਣਾ ਹੁਆ ਵੰਸ਼ ਹੋ। ਇੱਥੇ ਵੀ ਇਹ ਗੱਲ ਕਲੀਅਰ ਕਰਦੀ ਹੈ ਚੁਣੇ ਦਾ ਮਤਲਬ ਕੀ ਹੁੰਦਾ। ਅਸੀਂ ਕਿਸੇ ਚੀਜ਼ ਦੇ ਵਿੱਚੋਂ ਕਿਸੇ ਚੀਜ਼ ਨੂੰ ਚੁਣਦੇ ਹਾਂ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਫਰੂਟ ਦੀ ਰੇਹੜੀ ਤੇ ਜਾਂਦੇ ਹੋ ਤੇ ਤੁਸੀਂ ਫਰੂਟ ਲੈਣਾ ਆ, ਪਿਆ ਤੇ ਸਾਰੇ ਸੇਬ ਵੀ ਪਏ ਨਾ ਸਾਹਮਣੇ, ਪਰ ਤੁਸੀਂ ਉਹਨਾਂ ਦੇ ਵਿੱਚੋਂ ਚੁਣਦੇ ਹੋ ਕਿ ਕਿਹੜੇ ਤੁਹਾਡੇ ਯੋਗ ਆ, ਕਿਹੜੇ ਠੀਕ ਰਹਿਣਗੇ ਤੁਹਾਡੇ ਵਾਸਤੇ। ਉਹ ਦਾਗੀ ਤੇ ਨਹੀਂ, ਉਹ ਖਰਾਬ ਤੇ ਨਹੀਂ, ਉਹ ਮਿੱਠੇ ਵੀ ਹਨ ਕਿ ਨਹੀਂ। ਸੋ ਤੁਸੀਂ ਫਰੂਟ ਦੀ ਰੇਹੜੀ ਉੱਤੇ ਜਾ ਕੇ ਵੀ ਇਹ ਖੁਆਇਸ਼ ਰੱਖਦੇ ਹੋ ਕਿ ਪਈ ਚੀਜ਼ ਉਹੀ ਆ ਸਾਹਮਣੇ ਜਿਹੜੀ ਸਾਰੀ ਰੇਹੜੀ ਦੇ ਉੱਤੇ ਲੱਗੀ ਹੋਈ ਆ, ਜਿਹਨੂੰ ਤੁਸੀਂ ਲੈਣਾ ਚਾਹੁੰਦੇ ਹੋ, ਪਰ ਫਿਰ ਵੀ ਤੁਸੀਂ ਉਹਦੇ 'ਚ ਚੁਣਦੇ ਹੋ ਤੇ ਚੁਣਿਆ ਹੋਇਆਂ ਨੂੰ ਫਿਰ ਤੁਸੀਂ ਅਲੱਗ ਰੱਖਦੇ ਹੋ। ਸੋ ਹੁਣ ਇੱਕ ਸੇਬ ਜਿਹੜਾ ਆ, ਜੇ ਉਹ ਠੀਕ ਆ ਤੇ ਇੱਕ ਖਰਾਬ ਆ, ਤੇ ਸਧਾਰਨ ਹੀ ਗੱਲ ਆ ਉਹ ਜਿਹੜਾ ਠੀਕ ਹੈ ਨਾ, ਜੇ ਖਰਾਬ ਦੇ ਨਾਲ ਪਿਆ ਰਿਹਾ ਤੇ ਉਹਨੇ ਖਰਾਬ ਹੋ ਜਾਣਾ। ਇਸ ਲਈ ਪਰਮੇਸ਼ਰ ਚਾਹੁੰਦਾ ਆ ਕਿ ਉਹ ਹਨੇਰੇ ਦੇ ਲੋਕਾਂ ਨੂੰ ਚਾਨਣ ਦੇ ਲੋਕਾਂ ਤੋਂ ਵੱਖਰਾ ਰੱਖੇ। ਇਸ ਲਈ ਪਰਮੇਸ਼ਰ ਆਪਣੇ ਰੌਸ਼ਨੀ ਪਾਏ ਹੋਏ ਲੋਕਾਂ ਨੂੰ ਇਹਨਾਂ ਤੋਂ ਅਲੱਗ ਕਰ ਦਿੰਦਾ ਹੈ। ਸੋ ਸ਼ਬਦ ਕਈ ਵਾਰੀ ਅੱਗੇ ਪਿੱਛੇ ਹੋ ਜਾਂਦੇ ਆ, ਦੂਸਰੇ ਸ਼ਬਦਾਂ 'ਚ ਸਮਝਾਂਗੇ। ਜਿਨ੍ਹਾਂ ਨੂੰ ਉਹਨੇ ਰੌਸ਼ਨਮय ਕੀਤਾ ਆ, ਰੌਸ਼ਨ ਹੋਏ ਲੋਕਾਂ ਨੂੰ ਪਰਮੇਸ਼ਵਰ ਹਨੇਰੇ ਦੇ ਲੋਕਾਂ ਦੇ ਨਾਲੋਂ ਅਲੱਗ ਕਰਦਾ ਆ। ਉਹਨਾਂ ਨੂੰ ਪਹਿਲਾਂ ਚੁਣਦਾ ਆ,
ਫਿਰ ਅਲੱਗ ਕਰਦਾ ਹੈ। ਸੋ ਲਿਖਿਆ, ਤੁਸੀਂ ਚੁਣਿਆ ਹੋਇਆ वंश, राजपद अधिकारी, जाजकों का समाज, पवित्र लोग, निज प्रजा हो, इसलिए जिसने तुम्हें अंधकार में से अपनी अद्भुत ज्योति में बुलाया है, उसके गुण प्रकट करो। आगे लिखा, तुम पहले तो कुछ भी नहीं थे, पर अब परमेश्वर की प्रजा हो। तुम पर दया नहीं हुई थी, पर अब तुम पर दया ਹੋ ਗਈ ਹੈ। ਇਸ ਲਈ ਹੁਣ ਅੱਗੇ ਦੱਸਦਾ ਜਿਨ੍ਹਾਂ ਨੂੰ ਉਹਨੇ ਅਲੱਗ ਕੀਤਾ ਆ ਉਹਨਾਂ ਨੇ ਰਹਿਣਾ ਕਿਵੇਂ ਹੈ। तो लिखा है, प्रियो, मैं तुमसे विनती करता हूं कि तुम अपने आप को परदेशी और यात्री जानकर, जिन्हां नूं अलग कीता है ਉਹਨਾਂ ਨੂੰ ਇੱਕ ਵਿਸ਼ੇਸ਼ ਮਕਸਦ ਦੇ ਲਈ ਪਰਮੇਸ਼ਵਰ ਨੇ ਅਲੱਗ ਕੀਤਾ। ਉਹਨਾਂ ਨੂੰ ਇਸ ਸੰਸਾਰ ਤੋਂ ਅਲੱਗ ਕੀਤਾ, ਉਹਨਾਂ ਨੂੰ ਦੁਨੀਆ ਦੇ ਰੀਤੀ ਰਿਵਾਜਾਂ ਤੋਂ ਅਲੱਗ ਕੀਤਾ, ਉਹਨਾਂ ਨੂੰ ਉਹਨਾਂ ਦੇ ਰਹਿਣ ਸਹਿਣ ਦੇ ਅੰਦਾਜ਼ ਤੋਂ ਅਲੱਗ ਕੀਤਾ। ਔਰ ਇਸ ਲਈ ਅਲੱਗ ਕੀਤਾ ਕਿ ਪਰਮੇਸ਼ਵਰ ਉਹਨਾਂ ਨੂੰ ਇਹ ਸਮਝਾ ਸਕੇ, ਤੁਸੀਂ ਜਿੱਥੇ ਹੋ ਉਹ ਤੁਹਾਡੀ ਜਗ੍ਹਾ ਨਹੀਂ, ਬਲਕਿ ਵਚਨ ਦੱਸਦਾ ਪ੍ਰਭੂ ਯਿਸੂ ਮਸੀਹ ਚੁਣਿਆ ਹੋਇਆਂ ਦੇ ਲਈ ਜਗ੍ਹਾ ਤਿਆਰ ਕਰਨ ਵਾਸਤੇ ਗਿਆ ਹੋਇਆ। ਚੁਣਿਆ ਹੋਇਆਂ ਦੇ ਲਈ ਜਗ੍ਹਾ ਤਿਆਰ ਕਰਨ ਵਾਸਤੇ ਗਿਆ ਹੋਇਆ। ਇਸ ਲਈ ਉਹ ਚਾਹੁੰਦਾ ਆ ਕਿ ਅਸੀਂ ਇਸ ਧਰਤੀ ਦੇ ਉੱਤੇ ਜਿਹੜਾ ਜੀਵਨ ਜਿਉਣਾ ਆ ਉਹਨੂੰ ਅਸੀਂ ਇੱਕ ਪਰਦੇਸੀ ਔਰ ਮੁਸਾਫਰ ਦੀ ਤਰ੍ਹਾਂ ਜੀਏ। ਇਸ ਲਈ ਜੀਏ ਕਿਉਂਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਇੱਕ ਸਾਡੇ ਲਈ ਜਗ੍ਹਾ ਤਿਆਰ ਕਰਨ ਵਾਸਤੇ ਗਿਆ ਹੋਇਆ ਹੈ। ਜਿਹੜਾ ਗਿਆ ਹੋਇਆ ਆ ਉਹਦਾ ਵਚਨ ਸਾਨੂੰ ਰੌਸ਼ਨੀ 'ਚ ਲਿਆ ਕੇ ਸਮਝਾਉਂਦਾ ਆ ਕਿ ਇਸ ਜਗਤ ਦੇ ਵਿੱਚ ਤੁਸੀਂ ਜਿਹੜਾ ਜੀਵਨ ਜਿਉਣਾ ਆ ਉਹ ਇੱਕ ਪਰਦੇਸੀ ਦੀ ਤਰ੍ਹਾਂ ਔਰ ਇੱਕ ਮੁਸਾਫਰ ਦੀ ਤਰ੍ਹਾਂ। ਮੈਂ ਬੜੀ ਵਾਰੀ ਦੱਸਦਾ ਹਾਂ ਔਰ ਕਈ ਵਾਰੀ ਕਿਉਂਕਿ ਬਚਨ ਆ ਇਹ ਜਦੋਂ ਵੀ ਕੋਈ ਸਬਜੈਕਟ ਆਉਂਦਾ ਉਹਦੇ ਵਿੱਚ ਜਦੋਂ ਆਉਂਦਾ ਤਾਂ ਫਿਰ ਉਹ ਗੱਲਾਂ ਬਾਰ-ਬਾਰ ਰਿਪੀਟ ਕਰਨੀਆਂ ਪੈਂਦੀਆਂ ਕਿ ਪਰਦੇਸੀ ਤੇ ਮੁਸਾਫਰ ਦਾ ਜਿਹੜਾ ਜੀਵਨ ਹੈ ਨਾ ਉਹਨੂੰ ਜਦੋਂ ਅਸੀਂ ਗੌਰ ਕਰਦੇ ਹਾਂ ਧਰਤੀ ਦੇ ਉੱਤੇ ਰਹਿੰਦੇ ਹੋਏ ਤੁਸੀਂ ਦੇਖਦੇ ਹਾਂ ਜੇ ਤੁਸੀਂ ਸਫ਼ਰ 'ਤੇ ਕਿਤੇ ਗਏ ਹੋ ਨਾ ਤੇ ਸਮਾਨ ਥੋੜ੍ਹਾ ਜਿਹਾ ਹੀ ਰੱਖਦੇ ਹੋ। ਇੰਨਾ ਸਮਾਨ ਨਹੀਂ ਤੁਸੀਂ ਨਾ ਰੱਖਦੇ ਕਿ ਤੁਹਾਡੇ ਲਈ ਸਫ਼ਰ ਕਰਨਾ ਔਖਾ ਹੋਵੇ। ਔਰ ਫਿਰ ਜਿੰਨਾ ਸਮਾਨ ਤੁਸੀਂ ਜ਼ਿਆਦਾ ਇਕੱਠਾ ਕਰੋਗੇ ਤੁਹਾਡਾ ਮਨ ਉਸ ਸਮਾਨ ਦੇ ਉੱਤੇ ਫਿਰ ਓਨਾ ਹੀ ਲੱਗਣਾ। ਇਸ ਧਰਤੀ ਉੱਤੇ ਜਿੰਨਾ ਅਸੀਂ ਇਕੱਠਾ ਕਰਾਂਗੇ ਫਿਰ ਉਹਨੂੰ ਛੱਡਣ ਨੂੰ ਦਿਲ ਨਹੀਂ ਕਰਨਾ। ਇਸ ਲਈ ਵਚਨ ਦੱਸਦਾ ਤੁਸੀਂ ਇਸ ਧਰਤੀ ਉੱਤੇ ਪਰਦੇਸੀ ਤੇ ਮੁਸਾਫਰ, ਤੇ ਮੁਸਾਫਰ ਥੋੜ੍ਹਾ ਜਿਹਾ ਸਮਾਨ ਹੀ ਰੱਖਦਾ ਸਫ਼ਰ ਦੇ ਵਿੱਚ। ਉਸੇ ਤਰ੍ਹਾਂ ਅਸੀਂ ਵੀ ਇਸ ਧਰਤੀ ਉੱਤੇ ਮੁਸਾਫਰ ਦੀ ਤਰ੍ਹਾਂ ਆ। ਸਾਨੂੰ ਵੀ ਚਾਹੀਦਾ ਸਾਨੂੰ ਓਨੀਆਂ ਕੁ ਚੀਜ਼ਾਂ ਅਸੀਂ ਰੱਖੀਏ ਜਿੰਨੀਆਂ ਕਿ ਸਾਡੀ ਜ਼ਿੰਦਗੀ ਦੀ ਜ਼ਰੂਰਤ ਦੇ ਨਾਲ ਸੰਬੰਧ ਰੱਖਦੀਆਂ, ਜਿੰਨਿਆਂ ਕਿ ਦੀ ਲੋੜ ਹੈ, ਜਿੰਨਿਆਂ ਕਿ ਦੀ ਜ਼ਰੂਰਤ ਹੈ, ਜਿੰਨਿਆਂ ਕਿ ਦੇ ਨਾਲ ਸਾਡਾ ਚੱਲ ਸਕਦਾ ਹੈ ਓਨਾ ਕੁ ਰੱਖੀਏ। ਕਈ ਫਿਰ ਵਿਵਾਦੀ ਲੋਕ ਕਈ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕਰ ਦਿੰਦੇ ਆ, ਲੇਕਿਨ ਮੈਂ ਦੱਸਣਾ ਚਾਹਾਂਗਾ ਜ਼ਿੰਦਗੀ ਉਦੋਂ ਵੀ ਚੱਲਦੀ ਸੀ ਜਦੋਂ ਬਾਣ ਵਾਲੇ ਮੰਜੇ ਦੇ ਉੱਤੇ ਚਾਦਰ ਪਾ ਕੇ ਲੇਟ ਜਾਂਦੇ ਸੀ। ਜ਼ਿੰਦਗੀ ਉਦੋਂ ਵੀ ਚੱਲਦੀ ਸੀ ਜਦੋਂ ਘਰ ਦੇ ਵਿੱਚ ਬਿਜਲੀ ਨਹੀਂ ਸੀ ਹੁੰਦੀ ਤੇ ਦੀਵੇ ਦੀ ਲੋ ਦੇ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਸੀ। ਜਿਉਂਦੇ ਉਦੋਂ ਵੀ ਸਾਂ। ਜ਼ਿੰਦਗੀ ਉਦੋਂ ਵੀ ਚੱਲਦੀ ਸੀ ਜਦੋਂ ਘਰ ਦੇ ਵਿੱਚ ਬਿਜਲੀ ਨਾ ਹੋਣ ਦਾ ਕਰਕੇ ਪੱਖੇ ਦੀ ਵੀ ਸੁਵਿਧਾ ਨਹੀਂ ਸੀ ਹੁੰਦੀ ਔਰ ਹੱਥ ਦੇ ਨਾਲ ਚੱਲਣ ਵਾਲੇ ਪੱਖੇ ਨੂੰ ਹੀ ਮਾਰਦੇ ਮਾਰਦੇ ਝਲਦੇ ਝਲਦੇ ਸੌ ਜਾਂਦੇ ਸੀ। ਜ਼ਿੰਦਗੀ ਚੱਲਦੀ ਸੀ ਉਦੋਂ ਵੀ, ਪੱਖੀ ਦੇ ਨਾਲ ਵੀ ਗੁਜ਼ਾਰਾ ਚੱਲ ਜਾਂਦਾ ਸੀ। ਹੌਲੀ ਹੌਲੀ ਇਲੈਕਟ੍ਰੋਨਿਕ ਪੱਖੇ ਤੇ ਆਏ, ਉਹਦੇ ਨਾਲ ਵੀ ਗੁਜ਼ਾਰਾ ਚੱਲ ਜਾਂਦਾ ਸੀ। ਉਸ ਤੋਂ ਅੱਗੇ ਵਧੇ ਤੇ ਪਾਣੀ ਵਾਲੇ ਕੂਲਰ ਆ ਗਏ। ਫਿਰ ਇਦਾਂ ਲੱਗਦਾ ਸੀ ਵੀ ਹੁਣ ਪੱਖੇ ਦੇ ਨਾਲ ਨਹੀਂ ਗੁਜ਼ਾਰਾ ਚੱਲਣਾ। ਪੱਖੇ ਤੋਂ ਪਹਿਲਾਂ ਪੱਖੀ ਸੀ ਤੇ ਜਦੋਂ ਪੱਖਾ ਆ ਗਿਆ ਫਿਰ ਲੱਗਣ ਲੱਗ ਪਿਆ ਕਿ ਹੁਣ ਪੱਖੀ ਤੋਂ
ਬਿਨਾਂ ਜਿਹੜਾ ਗੁਜ਼ਾਰਾ ਹੋ ਸਕਦਾ, ਤੇ ਪੱਖੇ ਤੋਂ ਬਿਨਾਂ ਨਹੀਂ ਚੱਲਣਾ। ਫਿਰ ਕੂਲਰ ਆ ਗਿਆ, ਤੇ ਕੂਲਰ ਤੋਂ ਬਾਅਦ ਫਿਰ ਲੱਗਣ ਲੱਗਾ ਵੀ ਸ਼ਾਇਦ ਹੁਣ ਪੱਖੇ ਨਾਲ ਗੁਜ਼ਾਰਾ ਨਹੀਂ ਚੱਲਣਾ। ਫਿਰ ਘਰਾਂ ਦੇ ਵਿੱਚ ਏਸੀ ਆ ਗਏ, ਤੇ ਹੁਣ ਲੱਗਦਾ ਵੀ ਨਹੀਂ, ਏਸੀ ਦੀ ਜ਼ਿਆਦਾ ਜ਼ਰੂਰਤ ਆ, ਤੇ ਕੂਲਰ ਦੇ ਨਾਲ ਗੁਜ਼ਾਰਾ ਨਹੀਂ ਚੱਲਣਾ। ਲੇਕਿਨ ਜਦੋਂ ਗੌਰ ਕਰਦੇ ਆ ਉਦੋਂ ਇਹ ਆ ਵੀ ਇਹ ਸਿਰਫ ਆਪਣੇ ਮਨ ਦੇ ਭਰਮ ਅਸੀਂ ਪਾ ਰੱਖੇ ਆ, ਗੁਜ਼ਾਰਾ ਚੱਲਦਾ ਹੈ। ਅਜੇ ਵੀ ਸਾਡੇ ਤੋਂ ਹੇਠਾਂ ਦੇ ਬੜੇ ਲੋਕ ਆ ਜਿਨ੍ਹਾਂ ਦਾ ਗੁਜ਼ਾਰਾ ਚੱਲਦਾ ਹੈ। ਮੈਂ ਵਿਚਾਰ ਕਰਦਾ ਹਾਂ ਨਾ, ਹੁਣ ਸਾਡੇ ਮੱਛਰ ਲੜੇ ਤੇ ਬੜੀ ਇੱਕ ਤਕਲੀਫ ਜੀ ਮਹਿਸੂਸ ਹੁੰਦੀ ਹੈ। ਤੇ ਇੱਕ ਸਮਾਂ ਇਦਾਂ ਦਾ ਹੁੰਦਾ ਸੀਗਾ ਕਿ ਜੁੰਡਲੀਆਂ ਦੇ ਵਿੱਚ ਖੜੇ ਹੁੰਦੇ ਸਾਂ, ਹਰੇਕ ਬੰਦੇ ਦੇ, ਹਰੇਕ ਦੇ ਸਿਰ ਦੇ ਉੱਤੇ ਮੱਛਰ ਦਾ ਇੱਕ ਪੂਰੇ ਦਾ ਪੂਰਾ ਇੱਕ ਝੁੰਡ ਹੀ ਬਣਿਆ ਹੁੰਦਾ ਸੀ। ਔਰ ਮੱਛਰ ਉਦੋਂ ਵੀ ਲੜਦਾ ਸੀ, ਲੇਕਿਨ ਉਦੋਂ ਮਹਿਸੂਸ ਨਹੀਂ ਸੀ ਹੁੰਦਾ। ਕਿਉਂ? ਕਿਉਂਕਿ ਮੱਛਰ ਦੇ ਨਾਲ ਹੀ ਰਹਿਣ ਦੀ ਆਦਤ ਪਈ ਹੋਈ ਸੀ। ਤੇ ਬਾਅਦ ਵਿੱਚ ਫਿਰ ਕਈ ਤਰ੍ਹਾਂ ਦੇ ਬਚਾਓ ਲੱਭੇ ਮੱਛਰ ਤੋਂ ਬਚਣ ਦੇ ਲਈ, ਤੇ ਉਹ ਬਚਾਓ ਲੱਭਦੇ ਲੱਭਦੇ ਫਿਰ ਅਸੀਂ ਇਦਾਂ ਦੇ ਹੋ ਗਏ ਕਿ ਹੁਣ ਥੋੜੀ ਜਿਹੀ ਵੀ ਦੰਦੀ ਵੱਢੇ ਤੇ ਬੜਾ ਮੁਸ਼ਕਲ ਹੋ ਜਾਂਦਾ। ਲੇਕਿਨ ਹਾਲਾਤ ਅਗਰ ਅੱਜ ਵੀ ਦੁਬਾਰਾ ਉਦਾਂ ਦੇ ਹੋ ਜਾਣ, ਅਸੀਂ ਵੀ ਉਹੀ ਹੋਣਾ ਹੈ, ਮੱਛਰ ਵੀ ਉਹੀ ਹੋਣਾ ਆ, ਉਹਦੇ ਦੰਦੀ ਵੱਢਣ ਦਾ ਅੰਦਾਜ਼ ਵੀ ਉਹੀ ਹੋਣਾ, ਪਰ ਫਿਰ ਮਹਿਸੂਸ ਨਹੀਂ ਹੋਣਾ। ਸੋ ਪਿਆਰੇ ਜੀਜੋ, ਵਚਨ ਦੱਸਦਾ ਆ, ਪਰਦੇਸੀ ਤੇ ਮੁਸਾਫਰ। ਗੁਜ਼ਾਰਾ ਉਦੋਂ ਵੀ ਚੱਲਦਾ ਸੀ ਜਦੋਂ ਘਰ ਦੇ ਵਿੱਚ ਬਾਹਰ ਵਿਹੜੇ 'ਚ ਇੱਕ ਚੌਂਕਾ ਬਣਾਇਆ ਹੁੰਦਾ ਸੀਗਾ, ਚੁੱਲ੍ਹਾ ਹੁੰਦਾ ਸੀ, ਤੇ ਉਹਦੇ ਉੱਤੇ ਰੋਟੀਆਂ ਪੱਕਦੀਆਂ ਹੁੰਦੀਆਂ ਸੀ, ਸਾਰਾ ਟੱਬਰ ਆਲੇ ਦੁਆਲੇ ਬੈਠ ਕੇ ਖਾ ਲੈਂਦਾ ਹੁੰਦਾ ਸੀ ਭੁੰਜੇ ਹੀ। ਗੁਜ਼ਾਰਾ ਉਦੋਂ ਵੀ ਚੱਲਦਾ ਸੀ। ਗੁਜ਼ਾਰਾ ਫਿਰ ਗੈਸ ਸਿਲੰਡਰ ਆ ਗਏ, ਤੇ ਫਿਰ ਉਹਨਾਂ ਹੀ ਲੱਕੜੀਆਂ ਤੋਂ ਐਲਰਜੀ ਹੋਣ ਲੱਗ ਪਈ। ਲੇਕਿਨ ਯਾਦ ਰੱਖੋ, ਅੱਜ ਵੀ ਉਹ ਲੋਕ ਹੈਗੇ ਆ ਜਿਹੜੇ ਉਸੇ ਤਰ੍ਹਾਂ ਹੀ ਜੀ ਰਹੇ ਆ, ਜਿਨ੍ਹਾਂ ਦੇ ਵਿੱਚੋਂ ਤੁਸੀਂ ਉੱਠ ਕੇ ਥੋੜਾ ਉੱਪਰ ਆ ਗਏ ਹੋ। ਤੇ ਜਦੋਂ ਕੋਈ ਉੱਪਰ ਆ ਜਾਂਦਾ, ਫਿਰ ਪਿੱਛੇ ਵੱਲ ਨੂੰ ਨਹੀਂ ਦੇਖਦਾ, ਫਿਰ ਉਹਦਾ ਪਿੱਛੇ ਦੇਖਣਾ ਔਖਾ ਹੋ ਜਾਂਦਾ, ਕਿਉਂਕਿ ਉਹ ਉਸ ਗੁਰਬਤ ਦੇ ਵਿੱਚੋਂ ਨਿਕਲ ਕੇ ਆਇਆ ਹੁੰਦਾ, ਤੇ ਉਹ ਨਹੀਂ ਚਾਹੁੰਦਾ ਹੁਣ ਦੁਬਾਰਾ ਉਹ ਉਸ ਜਗ੍ਹਾ ਦੇ ਉੱਤੇ ਜਾਵੇ। ਸਰੀਰਕ ਲਿਹਾਜ਼ ਦੇ ਨਾਲ ਅਸੀਂ ਜਿਸ ਚੀਜ਼ ਚੋਂ ਨਿਕਲ ਕੇ ਉੱਪਰ ਉੱਠਦੇ ਆ ਨਾ, ਅਸੀਂ ਕਦੇ ਨਹੀਂ ਚਾਹੁੰਦੇ ਅਸੀਂ ਦੁਬਾਰਾ ਉਸ ਜਗ੍ਹਾ ਦੇ ਉੱਤੇ ਫਿਰ ਮੁੜ ਕੇ ਜਾਈਏ। ਤੇ ਫਿਰ ਜਦੋਂ ਪਰਮੇਸ਼ਵਰ ਨੇ ਸਾਨੂੰ ਇਸ ਪਾਪ ਦੀ ਜ਼ਿੰਦਗੀ ਤੋਂ, ਇਸ ਹਨੇਰੇ ਦੀ ਜ਼ਿੰਦਗੀ ਤੋਂ, ਇਸ ਗੰਦਗੀ ਤੋਂ, ਇਸ ਕੂੜੇ ਕਰਕਟ ਤੋਂ ਜਦੋਂ ਪਰਮੇਸ਼ਵਰ ਨੇ ਸਾਨੂੰ ਕੱਢ ਕੇ ਉੱਤੇ ਲੈ ਆਂਦਾ, ਕਿਹਦੇ ਤੋਂ ਭਲਾ? ਇਸ ਸੰਸਾਰ ਦੇ ਕੂੜੇ ਕਰਕਟ ਤੋਂ। ਜਦੋਂ ਉਹਨੇ ਕੱਢ ਕੇ ਸਾਨੂੰ ਉੱਤੇ ਲੈ ਆਂਦਾ, ਤੇ ਫਿਰ ਕਿਉਂ ਅਸੀਂ ਉਸ ਕੂੜੇ ਵੱਲ ਵੇਖੀਏ? ਫਿਰ ਅਸੀਂ ਉਸ ਕੂੜੇ ਦੇ ਉੱਤੇ ਕਿਉਂ ਚਿੱਤ ਲਾਈਏ? ਇਸ ਲਈ ਖੁਦਾ ਚਾਹੁੰਦਾ ਕਿ ਇਹਨਾਂ ਵਿੱਚੋਂ ਨਿਕਲ ਆਓ, ਇਸ ਕੂੜੇ ਦੇ ਵਿੱਚੋਂ ਨਿਕਲ ਆਓ, ਇਸ ਗੰਦਗੀ ਦੇ ਵਿੱਚੋਂ ਨਿਕਲ ਆਓ ਤੇ ਅਲੱਗ ਰਹੋ। ਕਈ ਨਿਕਲ ਆਉਂਦੇ ਆ ਪਰ ਅਲੱਗ ਨਹੀਂ ਰਹਿੰਦੇ। ਸੋ ਹਨੇਰੇ ਦਾ ਰੌਸ਼ਨੀ ਦੇ ਨਾਲ ਕੀ ਮੇਲ? ਸੱਚੇ ਦਾ ਝੂਠੇ ਦੇ ਨਾਲ ਕੀ ਮੇਲ? ਧਰਮੀ ਦਾ ਕੁਧਰਮੀ ਦੇ ਨਾਲ ਕੀ ਮੇਲ? ਪਰਮੇਸ਼ਵਰ ਦੇ ਜਨ ਦਾ ਸ਼ੈਤਾਨ ਦੇ ਬੰਦੇ ਦੇ ਨਾਲ ਕੀ ਮੇਲ? ਇਸ ਲਈ ਖੁਦਾ ਚਾਹੁੰਦਾ ਕਿ ਅਸੀਂ ਨਿਕਲੀਏ ਤੇ ਅਲੱਗ ਹੋਈਏ। ਉਹ ਐਲਾਨ ਕਰਦਾ ਹੈ, ਤੁਸੀਂ ਇੱਕ ਚੁਣਿਆ ਹੋਇਆ ਵੰਸ਼ ਹੋ, ਤੁਸੀਂ ਸਵਰਗੀ ਘਰਾਣੇ ਦੇ ਹੋ, ਤੁਸੀਂ ਪਰਮੇਸ਼ਵਰ ਦੇ ਘਰਾਣੇ ਦੇ ਹੋ। ਪਰਮੇਸ਼ਵਰ ਨੇ ਦੁਨੀਆ ਦੇ ਘਰਾਣਿਆਂ ਵਿੱਚੋਂ ਕੱਢ ਕੇ ਤੁਹਾਨੂੰ ਆਪਣੇ ਘਰਾਣੇ ਦੇ ਵਿੱਚ, ਆਪਣੇ ਘਰਾਣੇ ਦੇ ਸਦੱਸੇ ਬਣਾਇਆ, ਮੈਂਬਰ ਬਣਾਇਆ। ਤੁਸੀਂ ਪਰਮੇਸ਼ਵਰ ਦੀ ਔਲਾਦ ਹੋ, ਪਰਮੇਸ਼ਵਰ ਦੇ ਜਾਜਕ ਹੋ, ਰਾਜ ਪਦ ਅਧਿਕਾਰੀ ਹੋ।
ਤੁਹਾਨੂੰ ਆਪਣੇ ਰੁਤਬੇ ਦਾ, ਤੁਹਾਨੂੰ ਆਪਣੇ ਸਟੈਂਡਰਡ ਦਾ ਪਤਾ ਹੋਣਾ ਚਾਹੀਦਾ। ਇਸ ਲਈ ਵਚਨ ਦੱਸਦਾ ਆ ਕਿ ਤੁਹਾਡੇ ਲਈ ਪਰਮੇਸ਼ਰ ਉਹ ਕੁਝ ਤਿਆਰ ਕਰ ਰਿਹਾ ਆ ਜਿਹਦੇ ਜਲਾਲ ਦੇ ਸਾਹਮਣੇ ਇਸ ਦੁਨੀਆ ਦੀ ਕੋਈ, ਮੈਂ ਕਹਿੰਦਾ ਕੀ, ਕੋਈ ਕਦਰ ਹੀ ਨਹੀਂ, ਸਮਝ ਲਓ ਉਹਦੇ ਸਾਹਮਣੇ ਕੁਝ ਵੀ ਨਹੀਂ। ਪਰ ਜੇ ਕੁਝ ਸਮਝ ਆਉਂਦਾ ਆ ਸਾਨੂੰ ਕਿ ਨਹੀਂ ਇਹ ਦੁਨੀਆ ਵੀ ਕੁਝ ਹੈ, ਤੇ ਫਿਰ ਇਹਦਾ ਸਿੱਧਾ ਸਿੱਧਾ ਆ ਅਜੇ ਰੌਸ਼ਨੀ ਸਾਡੇ ਵਿੱਚ ਵਧਣੀ ਸ਼ੁਰੂ ਨਹੀਂ ਹੋਈ। ਕਿਉਂਕਿ ਜੇ ਰੌਸ਼ਨੀ ਵਧਣੀ ਸ਼ੁਰੂ ਹੁੰਦੀ ਤੇ ਖੁਦਾ ਦਾ ਦਾਸ ਸੰਤ ਪੌਲੁਸ ਲਿਖਦਾ ਹੈ, ਗਿਆਨ ਦੀ ਉੱਤਮਤਾਈ ਦੇ ਕਾਰਨ, ਮੈਂ ਵਚਨੋਂ ਪੜ੍ਹ ਕੇ ਹੀ ਸੁਣਾਉਣਾ ਚਾਹਾਂਗਾ ਤਾਂ ਕਿ ਅਸੀਂ ਉਸ ਵਚਨ ਦੀ ਗਹਿਰਾਈ ਨੂੰ ਸਮਝ ਸਕੀਏ। ਫਿਲਿੱਪੀਓਂ ਦਾ ਖੱਤ ਦੋ ਮਿੰਟ ਦੇਣਾ ਜੀ। ਫਿਲਿੱਪੀਓਂ ਦਾ ਖੱਤ ਉਹਦਾ 3 ਅਧਿਆਏ ਉਹਦੀ 8 ਆਇਤ ਤੋਂ ਮੈਂ ਪੜਾਂਗਾ। ਸਗੋਂ ਮਸੀਹ ਯਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਸਮਝਦਾ ਹਾਂ, ਅਤੇ ਉਹਦੀ ਖਾਤਰ ਮੈਂ ਇਹਨਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਹਨਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ। ਸੋ ਪਿਆਰੇ ਅਜੀਜ਼ੋ, ਜਿਹਨੂੰ ਗਿਆਨ ਦੀ ਅਹਿਮੀਅਤ ਦਾ ਪਤਾ ਲੱਗ ਜਾਂਦਾ, ਜਿਹਨੂੰ ਉਸ ਰੌਸ਼ਨੀ ਦਾ ਤਜਰਬਾ ਹੋ ਜਾਂਦਾ ਨਾ, ਉਹਨੂੰ ਫਿਰ ਇਹ ਸੰਸਾਰ ਜਿਹੜਾ ਆ ਇਹ ਕੂੜਾ ਕਰਕਟ ਲੱਗਣਾ ਚਾਹੀਦਾ। ਜੇ ਇਹ ਸੰਸਾਰ ਕੂੜਾ ਕਰਕਟ ਨਹੀਂ ਲੱਗ ਰਿਹਾ ਤੇ ਇਹਦਾ ਮਤਲਬ ਸਿੱਧਾ ਸਿੱਧਾ ਹੈ ਵੀ ਅਸੀਂ ਕੂੜਾ ਕਰਕਟ ਦੇ ਵਿੱਚ ਰਹਿਣ ਦੇ ਆਦੀ ਹਾਂ। ਸਾਡੀ ਫਿਰ ਦਸ਼ਾ ਉਸ ਨਹਿਲਾਈ ਹੋਈ ਸੂਰਨੀ ਵਰਗੀ ਹੈ ਜਿਹਨੂੰ ਸਾਫ਼ ਸੁਥਰਾ ਤਾਂ ਕੀਤਾ ਸੀ ਪਰ ਫਿਰ ਚਿੱਕੜ ਦੇ ਵਿੱਚ ਚਲੇ ਗਏ। ਇਸ ਲਈ ਅਸੀਂ ਇਸ ਚੀਜ਼ ਦੇ ਉੱਤੇ ਵਿਚਾਰ ਕਰਨਾ ਹੈ ਕਿ ਇੱਕ ਪਾਸੇ ਸੰਤ ਪੌਲੁਸ ਆ ਜਿਹਨੂੰ ਇਹ ਸੰਸਾਰ ਕੂੜਾ ਕਰਕਟ ਲੱਗਦਾ ਹੈ, ਦੂਜੇ ਪਾਸੇ ਇੱਕ ਮਸੀਹ ਦੇ ਵਿੱਚ ਚੱਲਣ ਵਾਲਾ ਬੰਦਾ ਤੇ ਇਹ ਦਾਅਵਾ ਕਰਨ ਵਾਲਾ ਬੰਦਾ ਕਿ ਮੈਂ ਨਵਾਂ ਜਨਮ ਪਾਇਆ ਹੋਇਆ। ਆਤਮਾ ਇੱਕੋ ਹੀ ਹੈ। ਉਹੋ ਹੀ ਆਤਮਾ ਸੰਤ ਪੌਲੁਸ ਨੇ ਪਾਇਆ ਤੇ ਉਹੋ ਹੀ ਆਤਮਾ ਅਸੀਂ ਤੁਸੀਂ ਪਾਇਆ। ਸੰਤ ਪੌਲੁਸ ਨੂੰ ਸੰਸਾਰ ਕੂੜਾ ਕਰਕਟ ਲੱਗਦਾ, ਪਰ ਸਾਨੂੰ ਉਸੇ ਹੀ ਆਤਮਾ ਪਾਇਆ ਹੋਇਆਂ ਨੂੰ ਇਹ ਸੰਸਾਰ ਸੋਨੇ ਚਾਂਦੀ ਵਰਗਾ ਕਿਉਂ ਲੱਗਦਾ ਹੈ? ਕਿਤੇ ਤਾਂ ਕੁਛ ਗੜਬੜ ਹੈਗੀ ਹੈ। ਕਿਤੇ ਤੇ ਕੁਛ ਐਸਾ ਹੈਗਾ ਹੈ ਜਿਹੜਾ ਸੰਤ ਪੌਲੁਸ ਨੂੰ ਸਮਝ ਆ ਗਿਆ ਸੀ ਪਰ ਇਹ ਸਾਨੂੰ ਨਹੀਂ ਆਇਆ। ਕਿਤੇ ਤੇ ਕੁਛ ਇਦਾਂ ਦੀ ਗੱਲ ਹੈਗੀ ਹੈ ਜਿਹੜੀ ਅਸੀਂ ਪੜ੍ਹੀ ਪਤਰਸ ਦੇ ਵਿਖੇ, ਜਿਹੜੀ ਉਹਨੂੰ ਸਮਝ ਆ ਗਈ ਸੀ ਪਰ ਸਾਨੂੰ ਸਮਝ ਨਹੀਂ ਆਈ। ਸੋ ਜਿਵੇਂ ਪੜ੍ਹਦੇ ਪਏ ਸੀ ਨਾ ਅਸੀਂ, ਕਿ ਉਹ ਕਹਿੰਦਾ, हे प्रियो मैं तुमसे बेनती करता हूं। ਕਰਦਾ ਵੀ ਕੀ ਪਿਆ ਭਲਾ? ਬੇਨਤੀ ਕਰਦਾ ਪਿਆ। ਔਰ ਬੇਨਤੀ ਦੇ ਵਿੱਚ ਸ਼ਬਦ ਕਿਹੜੇ ਆ? मैं तुमसे बेनती करता हूं कि तुम अपने आप को परदेशी और यात्री जानकर उस संसारिक अभिलाषाओं से जो आत्मा से युद्ध करती है बचे रहो। ਇਹ ਸੰਸਾਰ ਦੀਆਂ ਜਿੰਨੀਆਂ ਵੀ ਅਭਿਲਾਸ਼ਾਵਾਂ ਆ, ਇਹ ਸਾਨੂੰ ਫਿਰ ਦੁਬਾਰਾ ਪਾਪ ਦੀ ਗੁਲਾਮੀ ਦੇ ਵਿੱਚ ਲਿਜਾਣ ਦੇ ਲਈ ਦਿਨ ਰਾਤ ਯਤਨ ਦੇ ਵਿੱਚ ਲੱਗੀਆਂ ਰਹਿੰਦੀਆਂ। ਇਹ ਕਦੇ ਨਹੀਂ ਚਾਹਣਗੀਆਂ ਕਿ ਅਸੀਂ ਇਸ ਸੰਸਾਰ ਦੇ ਉੱਤੇ ਪਰਦੇਸੀ ਤੇ ਮੁਸਾਫਰ ਬਣ ਕੇ ਜ਼ਿੰਦਗੀ ਜੀਵੇ, ਕਦੇ ਵੀ ਨਹੀਂ ਚਾਹਣਗੀਆਂ। ਔਰ ਇਹ ਸੰਸਾਰ ਦੀਆਂ ਅਭਿਲਾਸ਼ਾਵਾਂ ਇਹੀ ਆ ਜਿਹੜੀਆਂ ਸਾਨੂੰ ਸਿੱਧ ਨਹੀਂ ਬਣਨ ਦੇਣਗੀਆਂ।
ਤੇ ਫਿਰ ਉੱਥੇ ਸਾਨੂੰ ਯਾਦ ਰੱਖਣਾ ਚਾਹੀਦਾ ਵਚਨ, ਪਹਿਲਾਂ ਤੁਸੀਂ ਉਹਦੇ ਧਰਮ ਤੇ ਰਾਜ ਦੀ ਖੋਜ ਕਰੋ। ਤੇ ਸੰਸਾਰ ਜਿਹੜੀਆਂ ਚੀਜ਼ਾਂ ਦੀ ਚਿੰਤਾ ਕਰਦਾ ਆ, ਉਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਸਮੇਂ ਦੇ ਉੱਤੇ ਜਿਹੜੀ ਵੀ ਤੁਹਾਡੀ ਜ਼ਿੰਦਗੀ ਦੇ ਲਈ ਜ਼ਰੂਰੀ ਆ, ਉਹ ਤੁਹਾਡੀ ਉਸ ਜ਼ਰੂਰਤ ਨੂੰ ਪੂਰਾ ਕਰੇਗਾ। ਸੋ ਪਰਮੇਸ਼ਵਰ ਦਾ ਇੱਕ ਪਾਸੇ ਵਾਅਦਾ ਵੀ ਸਾਨੂੰ ਚੇਤੇ ਰੱਖਣਾ ਹੈ, ਫਿਰ ਉਹ ਕਹਿ ਕੇ ਮੁੱਕਰਦਾ ਨਹੀਂਗਾ। ਤੇ ਫਿਰ ਸਾਡਾ ਫਰਜ਼ ਕੀ ਬਣਦਾ ਭਲਾ? ਸਾਡਾ ਫਰਜ਼ ਫਿਰ ਇਹ ਬਣਦਾ ਹੈ, ਅਸੀਂ ਇਸ ਚੀਜ਼ ਨੂੰ ਚੇਤੇ ਰੱਖੀਏ ਕਿ ਇਹ ਸੰਸਾਰ ਦੀਆਂ ਜਿੰਨੀਆਂ ਵੀ ਅਭਿਲਾਸ਼ਾਵਾਂ ਨਾ, ਇਹ ਆਤਮਾ ਦੇ ਨਾਲ ਯੁੱਧ ਕਰਦੀਆਂ। ਕਿਹੜੇ ਆਤਮਾ ਦੇ ਨਾਲ? ਉਸ ਆਤਮਾ ਦੇ ਨਾਲ ਜਿਸ ਆਤਮਾ ਨੂੰ ਪਰਮਾਤਮਾ ਦੇ ਆਤਮਾ ਦੇ ਬਰਾਬਰ ਬਣਾਉਣ ਦੇ ਲਈ ਪਰਮੇਸ਼ਵਰ ਨੇ ਆਪਣਾ ਹੀ ਪਵਿੱਤਰ ਆਤਮਾ ਸਾਨੂੰ ਦਿੱਤਾ ਹੈ। ਔਰ ਇਸ ਸੰਸਾਰ ਦੀਆਂ ਅਭਿਲਾਸ਼ਾਵਾਂ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਚਾਹੁੰਦੀਆਂ ਕਿ ਅਸੀਂ ਪਵਿੱਤਰ ਆਤਮਾ ਦੀ ਮਾਨਿਤ ਹੋਈਏ, ਕਦੇ ਨਹੀਂ ਚਾਹੁੰਦੀਆਂ। ਅਸੀਂ ਜੈਸਾ ਪਰਮੇਸ਼ਵਰ ਹੈ ਵੈਸੇ ਬਣੀਏ, ਕਦੇ ਨਹੀਂ ਚਾਹਣਗੀਆਂ। ਲੇਕਿਨ ਪਵਿੱਤਰ ਆਤਮਾ ਇਸੇ ਲਈ ਬਖਸ਼ਿਆ ਗਿਆ ਕਿ ਸਾਡੇ ਆਤਮਾ ਨੂੰ ਪਵਿੱਤਰ ਕਰਕੇ ਪਰਮੇਸ਼ਵਰ ਦੇ ਆਤਮਾ ਦੇ ਸਮਾਨ ਬਣਾਵੇ। ਸੋ ਉਹ ਜਿਹੜਾ ਪ੍ਰਭੂ ਦਾ ਵਾਕਿਆ ਨਾ ਕਿ ਮੈਂ ਜਾਂਦਾ ਤੁਹਾਡੇ ਲਈ ਜਗ੍ਹਾ ਤਿਆਰ ਕਰਦਾ, ਉਹ ਸਿਯੋਨ, ਉਹ ਨਵਾਂ ਦੇਸ਼ ਜਿਹੜਾ ਸਾਡੇ ਲਈ ਤਿਆਰ ਹੋ ਰਿਹਾ ਆ, ਉਹਦੇ ਵਿੱਚ ਜਾਣ ਦੇ ਲਈ ਜ਼ਰੂਰੀ ਆ, ਉਹਦਾ ਹੱਕਦਾਰ ਹੀ ਉਹ ਆ ਜਿਹੜਾ ਇਸ ਸੰਸਾਰ ਦੇ ਨਾਲ ਮੋਹ ਨਹੀਂ ਰੱਖਦਾ। ਇਸ ਲਈ ਮੁਸਾਫਰ ਵਾਂਗੂ ਉਹਨਾਂ ਕੋ ਇਕੱਠਾ ਕਰੋ ਜਿਹਨੂੰ ਲੈ ਕੇ ਸਫ਼ਰ ਦੇ ਵਿੱਚ, ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ। ਤੁਸੀਂ ਜਾਣਾ ਹੋਵੇ ਪਹਾੜਾਂ ਦੇ ਵਿੱਚ ਤੇ ਤੁਹਾਨੂੰ ਪਤਾ ਹੋਵੇ ਚੜ੍ਹਾਈਆਂ ਚੜ੍ਹਨੀਆਂ, ਤੇ ਪਿੱਛੇ ਪਾ ਕੇ ਨਾ ਲੱਕ ਦੇ ਉੱਤੇ ਪਾਉਣ ਲਈ ਬੈਗ ਹੀ ਇੱਕ ਚੁੱਕਦੇ ਹੋ, ਤੇ ਉਹਦੇ 'ਚ ਕੋਸ਼ਿਸ਼ ਕਰਦੇ ਜਿੰਨਾ ਉਹ ਹਲਕਾ ਰਵੇ ਓਨਾ ਵਧੀਆ, ਤਾਂ ਕਿ ਸਾਨੂੰ ਸਫ਼ਰ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ। ਤੇ ਇਕੱਠਾ ਕਰਨ ਦਾ ਮਤਲਬ ਇਹ ਹੈ ਵੀ ਅਸੀਂ ਪੇਟੀ ਚੁੱਕ ਕੇ ਤੁਰ ਪਏ ਹਾਂ ਘਰ ਦੀ, ਤੇ ਫਿਰ ਮੁਸ਼ਕਲ ਤੇ ਆਉਗੀ। सो जबरदस्त गल की है, कहना संसारिक अभिलाषाओं से जो आत्मा से युद्ध करती हैं बचे रहो। तो इन्हां तो बचन का फार्मूला कोई एडा औखा नहीं है, सिर्फ जो परमेश्वर ने दिता है ਉਹਦੇ ਵਿੱਚ ਸੰਤੁਸ਼ਟ ਰਹਿਣਾ ਸਿੱਖੀਏ। ਕਿਸੇ ਵੀ ਚੀਜ਼ ਨੂੰ ਪਾਉਣ ਦੇ ਲਈ ਤਰਲੋ ਮੱਛੀ ਨਾ ਹੋਈਏ, ਬਲਕਿ ਭਰੋਸਾ ਰੱਖੀਏ ਕਿ ਜਿਹਨੇ ਸਾਨੂੰ ਅੰਧਕਾਰ ਦੇ ਵਸ਼ ਚੋਂ ਕੱਢ ਕੇ ਆਪਣੇ ਪਿਆਰੇ ਪੁੱਤਰ ਦੀ ਮਹਿਮਾ ਦੇ ਵਿੱਚ ਬੁਲਾਇਆ, ਉਹ ਏਡਾ ਸਾਮਰਥੀ, ਉਹ ਏਡਾ ਸ਼ਕਤੀ ਵਾਲਾ ਹੈਗਾ ਆ ਜਿਹੜਾ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਹੈ। ਇਸ ਲਈ ਫਿਰ ਸਾਨੂੰ ਜ਼ਰੂਰੀ ਕੀ ਹੈ ਭਲਾ? ਹਰੇਕ ਉਹ ਅਭਿਲਾਸ਼ਾ ਜਿਹੜੀ ਸਾਨੂੰ ਪਰਮੇਸ਼ਵਰ ਦੇ ਪ੍ਰਬੰਧ ਦੇ ਖਿਲਾਫ ਲਿਜਾਣਾ ਚਾਹੁੰਦੀ ਹੈ, ਹਰੇਕ ਉਹ ਅਭਿਲਾਸ਼ਾ ਜਿਹੜੀ ਸਾਨੂੰ ਸਾਡੇ ਕੋਲੋਂ ਸਾਡਾ ਅਨੰਤ ਜੀਵਨ ਖੋਣਾ ਚਾਹੁੰਦੀ ਹੈ, ਹਰੇਕ ਉਹ ਅਭਿਲਾਸ਼ਾ ਜਿਹੜੀ ਪਵਿੱਤਰ ਆਤਮਾ ਦੇ ਖਿਲਾਫ ਕੰਮ ਕਰਦੀ ਹੈ, ਹਰੇਕ ਉਹ ਅਭਿਲਾਸ਼ਾ ਜਿਹਦੇ 'ਚ ਫਸ ਕੇ ਸਾਨੂੰ ਪਤਾ ਕਿ ਅਸੀਂ ਬਰਬਾਦ ਹੋ ਸਕਦੇ ਹਾਂ, ਹਰੇਕ ਉਸ ਅਭਿਲਾਸ਼ਾ ਦੇ ਉੱਤੇ ਅਸੀਂ ਪਵਿੱਤਰ ਆਤਮਾ ਦੀ ਸਾਮਰਥ ਪਾ ਕੇ ਜੈ ਪਾਉਣੀ ਹੈ। ਔਰ ਅਸੀਂ ਇਹ ਹਮੇਸ਼ਾ ਵਿਸ਼ਵਾਸ ਰੱਖਣਾ ਕਿ ਜੇ ਅਸੀਂ ਆਪਣੀ ਦੌੜ ਪੂਰੀ ਕਰ ਲਏ ਤੇ ਪ੍ਰਭੂ ਯਿਸੂ ਮਸੀਹ ਜੋ ਵਾਅਦਾ ਕਰਕੇ ਗਏ ਕਿ ਮੈਂ ਜਾਂਦਾ ਤਾਂ ਜੋ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ, ਇਸ ਲਈ ਜਿੱਥੇ ਮੈਂ ਉੱਥੇ ਤੁਸੀਂ ਵੀ ਹੋਵੋ, ਫਿਰ ਉਹ ਮਕਸਦ ਜਿਹੜਾ ਪਰਮੇਸ਼ਵਰ ਦਾ ਸਾਡੇ ਜੀਵਨ ਦੇ ਵਿੱਚ ਪੂਰਾ ਹੋਵੇਗਾ। ਸੋ
ਜਿਹੜਾ ਸੰਸਾਰਿਕ ਅਭਿਲਾਸ਼ਾਵਾਂ ਦੇ ਨਾਲ ਲੜਦਾ ਆ ਪਾਕਰੂ ਦੀ ਸਮਰਥ ਦੇ ਨਾਲ, ਉਹੋ ਹੀ ਆ ਜਿਹੜਾ ਇਸ ਧਰਤੀ ਦੇ ਉੱਤੇ ਪਰਦੇਸੀ ਤੇ ਮੁਸਾਫਰ ਦੀ ਤਰ੍ਹਾਂ ਜੀ ਸਕਦਾ ਹੈ। ਔਰ ਇਹ ਯਾਦ ਰੱਖੋ, ਇਹ ਅਭਿਲਾਸ਼ਾਵਾਂ ਘੇਰਾ ਪਾਉਣ ਤੋਂ ਹਟਦੀਆਂ ਨਹੀਂ, ਦਿਨ ਰਾਤ ਲੱਗੀਆਂ ਰਹਿੰਦੀਆਂ, ਕਿਸੇ ਤਰ੍ਹਾਂ ਤੁਹਾਨੂੰ ਫਿਰ ਦੁਬਾਰਾ ਉੱਥੇ ਹੀ ਲੈ ਜਾਵੇ ਜਿੱਥੋਂ ਪਰਮੇਸ਼ਵਰ ਕੱਢ ਕੇ ਲਿਆਇਆ ਸੀ। ਤੇ ਪਰਮੇਸ਼ਵਰ ਦੀ ਆਦਤ ਅਸੀਂ ਸਮਝ ਲਈ ਹੈ ਕਿ ਉਹਨੇ ਕਿਹਾ ਰੌਸ਼ਨੀ ਹੋਵੇ ਤੇ ਰੌਸ਼ਨੀ ਹੋ ਗਈ, ਤੇ ਫਿਰ ਉਹਨੇ ਰੌਸ਼ਨੀ ਨੂੰ ਹਨੇਰੇ ਤੋਂ ਵੱਖਰਾ ਕੀਤਾ। ਉਹਨੇ ਸਾਨੂੰ ਧਰਮੀਆਂ ਦੀ ਮੰਡਲੀ 'ਚ ਬੁਲਾਇਆ ਤੇ ਪਾਪੀਆਂ ਦੀ ਮੰਡਲੀ ਤੋਂ ਵੱਖਰਾ ਕੀਤਾ। ਔਰ ਫਿਰ ਅਸੀਂ ਜ਼ਬੂਰ ਪੜ੍ਹਿਆ ਕਿ ਮੁਬਾਰਕ ਆ ਉਹ ਜਿਹੜਾ ਇਹਨਾਂ ਦੁਸ਼ਟਾਂ ਦੀ ਮੰਡਲੀ ਦੇ ਵਿੱਚ ਨਹੀਂ ਬਹਿੰਦਾ, ਬਲਕਿ ਦਿਨ ਰਾਤ ਪਰਮੇਸ਼ਵਰ ਦੀ ਵਿਵਸਥਾ ਦੇ ਵਿੱਚ ਮਗਨ ਰਹਿੰਦਾ। ਅਸੀਂ ਪੜ੍ਹਿਆ ਔਰ ਅਸੀਂ ਹੋਰ ਅੱਗੇ ਪੜ੍ਹਦੇ ਹਾਂ, अन्य जातियों में तुम्हारा चाल चलन भला हो। ਇਹੀ ਤੇ ਹੈਗੀ ਨਾ ਰੌਸ਼ਨੀ ਪਾਏ ਹੋਏ ਦੀ ਫਿਰ ਨਿਸ਼ਾਨੀ। ਤੇ ਜੇ ਚਾਲ ਚੱਲਣ ਜਿੱਦਾਂ ਦਾ ਬਾਕੀਆਂ ਦਾ ਉਹੋ ਜਿਹਾ ਸਾਡਾ, ਤੇ ਫਿਰ ਇਹਦਾ ਮਤਲਬ ਜੇ ਨਿਕਲੇ ਨਹੀਂ ਉਹਨਾਂ ਵਿੱਚੋਂ। ਬੜੀ ਵਾਰੀ ਦੱਸਿਆ, ਮਿਸਰ ਦੇ ਵਿੱਚੋਂ ਖੁਦਾ ਰਾਤੋਂ ਰਾਤ ਹੀ ਕੱਢ ਲਿਆ, ਪਰ ਜਿਹੜਾ ਮਿਸਰ ਉਹਨਾਂ ਦੇ ਅੰਦਰ ਵੜ ਗਿਆ ਸੀ ਨਾ, ਉਹਨੂੰ ਨਿਕਲਦਿਆਂ 40 ਸਾਲ ਲੱਗ ਗਏ। ਤੇ ਉਹ 2 ਜ਼ਿੰਦਗੀਆਂ ਮੁਬਾਰਕ ਸੀ ਜਿਨ੍ਹਾਂ ਵਿੱਚੋਂ ਨਿਕਲਿਆ, ਤੇ ਬਾਕੀਆਂ ਨੂੰ ਮਿਸਰ ਦੀਆਂ ਉਹ ਅਭਿਲਾਸ਼ਾਵਾਂ ਹੀ ਲੈ ਡੁੱਬੀਆਂ। ਮਿਸਰ ਦੇ ਵਿੱਚ ਦੀਆਂ ਉਹ ਸਾਰੀਆਂ ਚੀਜ਼ਾਂ ਨੂੰ ਗਣਾਉਂਦੇ ਸੀ, ਤੇ ਉਹੋ ਹੀ ਚੀਜ਼ਾਂ ਨੂੰ ਪਾਉਣ ਦੀ ਖਾਤਰ ਉਹ ਨਾ ਉਹ ਚੀਜ਼ਾਂ ਜੋਗੇ ਰਹੇ ਤੇ ਨਾ ਹੀ ਉਹ ਪਰਮੇਸ਼ਵਰ ਜੋਗੇ ਰਹੇ। ਤੇ ਪਰਮੇਸ਼ਵਰ ਨੂੰ ਰੱਜ ਕੇ ਸਤਾਇਆ ਉਹਨਾਂ ਨੇ। ਤੇ ਫਿਰ ਵਾਅਦੇ ਦੀ ਧਰਤੀ ਦੇ ਵਿੱਚ ਪਰਮੇਸ਼ਵਰ ਨੂੰ ਸਤਾਉਣ ਵਾਲਾ ਬੰਦਾ ਨਹੀਂ ਪਹੁੰਚ ਸਕਦਾ। ਉਹ ਤੇ ਯਹੋਸ਼ੂਆ ਤੇ ਕਾਲੇਬ ਵਾਂਗੂ ਜਿਹੜਾ ਫੈਸਲਾ ਲਊਗਾ, ਮੈਂ ਮਿਸਰ ਦੀ ਕੋਈ ਚੀਜ਼ ਆਪਣੇ ਅੰਦਰ ਰਹਿਣ ਨਹੀਂ ਦੇਣੀ। ਕਨਾਨ 'ਚ ਦਾਖਲ ਹੋਣ ਤੋਂ ਪਹਿਲਾਂ ਮੈਂ ਮਿਸਰ ਦੀ ਹਰੇਕ ਖਵਾਇਸ਼ ਨੂੰ ਆਪਣੇ ਅੰਦਰੋਂ ਖਤਮ ਕਰਨਾ, ਕਿਉਂਕਿ ਮੈਂ ਪਰਮੇਸ਼ਵਰ ਦੀ ਆਦਤ ਨੂੰ ਸਮਝ ਗਿਆ। ਇਸ ਲਈ ਮੈਨੂੰ ਪਤਾ ਕਨਾਨ 'ਚ ਦਾਖਲ ਉਹੋ ਹੀ ਹੋ ਸਕਦਾ ਹੈ ਜਿਹਦੇ ਅੰਦਰੋਂ ਪੂਰੀ ਤਰ੍ਹਾਂ ਮਿਸਰ ਨਿਕਲੇਗਾ। ਇਸ ਲਈ ਪਰਮੇਸ਼ਵਰ ਦੀ ਇੱਛਾ ਹੈ, ਉਹ ਚਾਹੁੰਦਾ ਅਸੀਂ ਅਲੱਗ ਹੋਈਏ। ਇਹਨਾਂ ਵਿੱਚੋਂ ਨਿਕਲ ਆਓ ਤੇ ਅਲੱਗ ਹੋਵੋ। ਉਹ ਮਿਸਰ ਦੇ ਵਿੱਚੋਂ ਨਿਕਲ ਆਏ, ਪਰ ਮਿਸਰ ਤੋਂ ਆਪਣੇ ਆਪ ਨੂੰ ਅਲੱਗ ਨਹੀਂ ਰੱਖ ਸਕੇ। ਔਰ ਮਿਸਰ ਦੀਆਂ ਹੀ ਗੱਲਾਂ ਬਾਰ-ਬਾਰ ਕਹਿ ਕੇ ਆਪਣੀ ਬਰਬਾਦੀ ਦਾ ਆਪ ਬੰਦੋਬਸਤ ਕਰਦੇ ਰਹੇ। ਇਸ ਲਈ ਯਿਸੂ ਮਸੀਹ ਕਹਿੰਦਾ, ਜਿਹੜਾ ਹਲ ਤੇ ਹੱਥ ਰੱਖ ਕੇ ਪਿੱਛੇ ਦੇਖਦਾ ਉਹ ਮੇਰੇ ਯੋਗ ਨੇ। ਸੋ ਪਿਆਰੇ ਅਜੀਜ਼ੋ, ਜੇ ਰੌਸ਼ਨੀ ਵਿੱਚ ਆ ਗਏ ਆ ਤੇ ਫਿਰ ਸਾਡਾ ਚਾਲ ਚੱਲਣ ਜਿਹੜਾ ਕਿੱਦਾਂ ਦਾ ਹੋਣਾ ਚਾਹੀਦਾ? ਭਲਾ। ਤੇ ਜੇ ਸਾਡਾ ਚਾਲ ਚੱਲਣ ਵੀ ਉਹਨਾਂ ਵਾਂਗੂ ਵਿਗੜਿਆ ਹੋਇਆ, ਤੇ ਵਿਗੜੀ ਚਾਲ ਵਾਲੇ ਤੋਂ ਪਰਮੇਸ਼ਵਰ ਘਿਰਨਾ ਕਰਦਾ। ਔਰ ਖਾਸ ਕਰਕੇ ਉਹਦੇ ਤੋਂ ਜਿਹੜਾ ਨੇਕ ਚਾਲ ਚੱਲਦੇ ਹੋਏ ਫਿਰ ਵਿਗੜੀ ਚਾਲ ਦੇ ਪਿੱਛੇ ਲੱਗ ਜਾਵੇ, ਜਿਹੜਾ ਨੇਕ ਚਾਲ ਚੱਲਦੇ ਹੋਏ ਫਿਰ ਚਾਲ ਨੂੰ ਵਿਗਾੜ ਲਵੇ। ਪਰਮੇਸ਼ਵਰ ਨੂੰ ਤੋਂ ਘਿਰਨਾ ਆ। ਉਹਨਾਂ ਤੋਂ ਘਿਰਨਾ ਘੱਟ ਆ ਜਿਨ੍ਹਾਂ ਨੇ ਅਜੇ ਪਰਮੇਸ਼ਵਰ ਨੂੰ ਸਮਝਿਆ ਨਹੀਂ, ਪਰ ਜਿਹੜੇ ਸਮਝ ਕੇ ਇਹ ਕੰਮ ਕਰਦੇ ਆ ਉਹਨਾਂ ਤੋਂ ਪਰਮੇਸ਼ਵਰ ਨੂੰ ਜ਼ਿਆਦਾ ਹੀ ਘਿਰਨਾ, ਕਿਉਂਕਿ ਉਹਨਾਂ ਦੇ ਕੋਲ ਕੋਈ ਉਜਰ ਵੀ ਨਹੀਂ ਹੋਣਾ। ਮੁੱਕਰ ਵੀ ਨਹੀਂ ਸਕਦੇ ਕਿ ਅਸੀਂ ਤੇਰੀ ਵਿਵਸਥਾ ਨੂੰ ਜਾਂ ਤੇਰੀ ਆਦਤ ਨੂੰ ਜਾਣਦੇ ਨਹੀਂ। ਹੁਣ ਉਹ ਪਰਮੇਸ਼ਵਰ ਦੇ ਅੱਗੇ ਪਾਪ ਜਿਹੜਾ ਕਰਦੇ ਆ ਨਾ, ਉਹ ਪਰਮੇਸ਼ਵਰ ਦੀ ਆਦਤ ਨੂੰ ਜਾਣ ਕੇ ਕਰਦੇ ਆ। ਤੇ ਜਿਹੜਾ ਪਰਮੇਸ਼ਵਰ ਦੀ ਆਦਤ ਨੂੰ ਜਾਣ ਕੇ ਪਾਪ ਕਰੇ, ਉਹਦੇ ਲਈ ਕੋਈ ਮਾਫੀ ਨਹੀਂ। ਅਸੀਂ ਅਮਰੀਕਾ ਵਿੱਚ ਰਹਿੰਦੇ ਹਾਂ, ਇੱਥੇ ਦੇ ਕਾਨੂੰਨ ਸਾਨੂੰ ਪਤਾ ਹੈ। ਅਗਰ ਤੇ ਕੋਈ ਅਣਜਾਣੇ ਵਿੱਚ ਕੋਈ ਕੰਮ ਹੋ ਜਾਵੇ ਤੇ ਉਹਦੇ ਲਈ ਅਸੀਂ ਆਪਣੀਆਂ 100 ਦਲੀਲਾਂ ਰੱਖ ਸਕਦੇ ਹਾਂ ਸਰਕਾਰ ਦੇ ਅੱਗੇ, ਤੇ ਉਹਦੇ ਵਿੱਚ ਸ਼ਾਇਦ ਸਰਕਾਰ ਸਾਡੇ ਕਿਸੇ ਗੁਨਾਹ ਨੂੰ ਥੋੜਾ ਜਿਹਾ ਲਾਈਟਲੀ ਲੈ ਲਵੇ,
ਲੇਕਿਨ ਜਦੋਂ ਉਹਨਾਂ ਨੂੰ ਇਹ ਪਤਾ ਹੋਵੇ ਵੀ ਨਹੀਂ, ਇਹ ਤੇ ਇੱਥੇ ਦੇ ਸਾਰੇ ਕਾਇਦੇ ਕਾਨੂੰਨ ਨੂੰ ਜਾਣਦਾ ਹੈ ਔਰ ਜਾਣ ਬੁੱਝ ਕੇ ਇਹ ਕਾਨੂੰਨ ਦੀ ਉਲੰਘਣਾ ਕਰਦਾ ਹੈ, ਉਹਦੇ ਲਈ ਫਿਰ ਕੋਈ ਮਾਫੀ ਨਹੀਂ। ਉਹਦੇ ਲਈ ਫਿਰ ਸਜ਼ਾਵਾਂ ਜਿਹੜੀਆਂ ਆ ਉਹ ਵੱਧ ਜਾਂਦੀਆਂ, ਔਰ ਉਹਨੂੰ ਇਸ ਲਈ ਘਿਨਾਉਣੀ ਨਜ਼ਰ ਨਾਲ ਦੇਖਿਆ ਜਾਂਦਾ ਕਿਉਂਕਿ ਇਹਨੇ ਅਣਜਾਣੇ ਵਿੱਚ ਨਹੀਂ, ਬਲਕਿ ਇਹ ਜੋ ਕੁਝ ਵੀ ਕਰ ਰਿਹਾ ਇਹ ਜਾਣ ਬੁੱਝ ਕੇ ਕਰ ਰਿਹਾ। इसलिए कि जिन जिन बातों में वह तुम्हें कुकर्मी जानकर बदनाम करते हैं, रोशनी चाहे बंदे दी एक खूबी की खूबी ਜਿਹੜੀਆਂ ਜਿਹੜੀਆਂ ਗੱਲਾਂ ਵਿੱਚ ਕਹਿੰਦਾ ਉਹ ਤੁਹਾਨੂੰ ਕੁਕਰਮੀ ਜਾਣ ਕੇ ਬਦਨਾਮ ਕਰਦੇ ਆ, ਇਸ ਲਈ ਤੁਹਾਡਾ ਚਾਲ ਚੱਲਣ ਭਲਾ ਹੋਣਾ ਚਾਹੀਦਾ। ਭਲੇ ਚਾਲ ਚੱਲਣ ਦੀ ਗਵਾਹੀ ਹੋਣੀ ਚਾਹੀਦੀ ਕਿ ਜਿਹੜੀਆਂ ਗੱਲਾਂ ਦੇ ਵਿੱਚ ਉਹ ਤੁਹਾਨੂੰ ਬਦਨਾਮ ਕਰਦੇ ਆ ਨਾ, ਉਹ ਸਭ ਕੁਝ ਤੋਂ ਉਲਟ ਉਹ ਤੁਹਾਡੇ ਵਿੱਚ ਉਹਨਾਂ ਨੂੰ ਬੁਰਾਈਆਂ ਨੂੰ ਦੇਖਣ ਨਾ, ਉਹ ਤੁਹਾਡੇ ਭਲੇ ਕੰਮਾਂ ਨੂੰ ਦੇਖਣ। उन्हीं के कारण कृपा दृष्टि के दिन परमेश्वर की महिमा करें, ਤੁਹਾਡੇ ਚੰਗੇ ਕਰਮਾਂ ਨੂੰ ਦੇਖ ਕੇ, ਔਰ ਕਹਿ ਸਕਣ ਕਿ ਸੱਚਮੁੱਚ ਪਰਮੇਸ਼ਵਰ ਦੇ ਲੋਕ ਐਸੇ ਹੁੰਦੇ ਆ। ਰੋਸ਼ਨੀ ਪਾਏ ਹੋਏ ਲੋਕਾਂ ਦਾ ਜੀਵਨ ਜਿਹੜਾ ਆ ਉਹ ਇਸ ਤਰ੍ਹਾਂ ਦਾ ਹੁੰਦਾ ਆ। ਔਰ ਅੱਗੇ ਦੇਖਦੇ ਆ ਕਿ ਪਰਮੇਸ਼ਵਰ ਕਿਉਂ ਆਖਦਾ ਕਿ ਇਹਨਾਂ ਵਿੱਚੋਂ ਨਿਕਲ ਆਓ। ਤੁਸੀਂ ਸਿੱਖ ਰਹੇ ਆ, ਕਈ ਨਿਕਲ ਤਾਂ ਆਉਂਦੇ ਆ ਪਰ ਅਲੱਗ ਰਹਿੰਦੇ ਨਹੀਂ। ਅਸੀਂ ਵੇਖਦੇ ਹਾਂ ਕਿ ਪਰਮੇਸ਼ਵਰ ਕਿਉਂ ਚਾਹੁੰਦਾ ਆ ਕਿ ਅਸੀਂ ਇਹਨਾਂ ਵਿੱਚੋਂ ਅਲੱਗ ਰਹੀਏ। दूसरा करंथियों का खत 6 अध्याय 16 आयत लिखा, मूर्तों के साथ परमेश्वर के मंदिर का क्या संबंध। मूर्तों के साथ परमेश्वर के मंदिर का क्या संबंध, क्योंकि हम तो जीवते परमेश्वर का मंदिर है। हुणे ਅਸੀਂ ਸਿੱਖਿਆ ਨਾ ਕਿ ਮਿਸਰੀ ਜਿਹੜੇ ਲੋਕ ਆ ਉਹਨਾਂ ਦੀ ਆਦਤ ਕੀ, ਇਸਰਾਈਲੀਆਂ ਦੀ ਆਦਤ ਕੀ ਬਣੀ ਕਿ ਮਿਸਰੀਆਂ ਵਾਲੀਆਂ ਆਦਤਾਂ ਸਾਰੀਆਂ ਸੀਗੀਆਂ ਉਹਨਾਂ ਦੇ ਵਿੱਚ। ਤੇ ਵਚਨ ਦੱਸਦਾ ਆ मूर्तों के साथ परमेश्वर के मंदिर का क्या संबंध। ਤੇ ਇਹ ਜਿਹਨਾਂ ਵਿੱਚੋਂ ਨਿਕਲ ਆਉਣ ਦੇ ਲਈ ਪਰਮੇਸ਼ਵਰ ਕਹਿੰਦਾ ਨਾ, ਇਹ ਵੀ ਇੱਕ ਮੂਰਤਾਂ ਹੀ ਆ। ਤੇ ਕਹਿੰਦਾ ਤੁਸੀਂ ਹੋ ਪਰਮੇਸ਼ਵਰ ਦਾ ਮੰਦਿਰ। ਤੇ ਹੁਣ ਕਹਿੰਦਾ ਇਹਨਾਂ ਮੂਰਤਾਂ ਦੇ ਨਾਲ ਪਰਮੇਸ਼ਵਰ ਦੇ ਮੰਦਿਰ ਦਾ ਕੋਈ संबंध नहीं। जैसा परमेश्वर ने कहा है कि मैं उनमें बसूंगा और उनमें चला फिरा करूंगा। ਸੋ ਪਰਮੇਸ਼ਵਰ ਨੇ ਤੇ ਸਾਨੂੰ ਬਣਾਇਆ ਹੁਣ ਆਪਣਾ ਮੰਦਿਰ। ਪਰਮੇਸ਼ਵਰ ਇਹਦੇ ਵਿੱਚ ਚੱਲਦਾ ਫਿਰਦਾ ਰਹਿਣਾ ਚਾਹੁੰਦਾ ਹੈ, ਔਰ ਮੈਂ ਉਨਕਾ ਪਰਮੇਸ਼ਵਰ ਹੋਊਂਗਾ ਔਰ ਵਹ ਮੇਰੇ ਲੋਕ ਹੋਣਗੇ। ਸੋ ਇਸ ਲਈ ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਕੀ ਕਰੀਏ, ਉਹਨਾਂ ਦੇ ਵਿੱਚੋਂ ਨਿਕਲੀਏ। ਲਿਖਿਆ ਕਿ ਪਰਮੇਸ਼ਵਰ ਦੇ ਮੰਦਿਰ ਦੇ ਨਾਲ ਮੂਰਤਾਂ ਦਾ ਕੀ ਰਿਸ਼ਤਾ। ਔਰ ਸਾਫ਼-ਸਾਫ਼ ਗੱਲ ਨੂੰ ਪੜਾਂਗੇ ਕਿ ਪਰਮੇਸ਼ਵਰ ਸਿਰਫ ਉਹਨਾਂ ਮੂਰਤਾਂ ਬਾਰੇ ਗੱਲ ਕਰਦਾ ਹੈ। ਕੀ ਪਰਮੇਸ਼ਵਰ ਸਿਰਫ ਉਹਨਾਂ ਮੂਰਤਾਂ ਬਾਰੇ ਗੱਲ ਕਰਦਾ ਜਿਹੜੀਆਂ ਦੁਨੀਆ ਦੇ ਮੰਦਿਰਾਂ ਵਿੱਚ ਪਈਆਂ ਹੁੰਦੀਆਂ, ਜਾਂ ਪਰਮੇਸ਼ਵਰ ਕੁਝ ਹੋਰ ਸਮਝਾਉਣਾ ਚਾਹੁੰਦਾ। ਬਲਕਿ ਪਰਮੇਸ਼ਵਰ ਉਹਨਾਂ ਮੂਰਤਾਂ ਬਾਰੇ ਵੀ ਗੱਲ ਕਰਦਾ ਜਿਹੜੇ ਦਿਖਦੇ ਤਾਂ ਜਿਉਂਦੇ ਇਨਸਾਨਾਂ ਵਰਗੇ ਹੀ ਹੈ, ਜਿਹੜੇ ਦਿਖਾਈ ਤੇ ਜਿਉਂਦੇ ਇਨਸਾਨਾਂ ਵਾਂਗੂ ਹੀ ਆਉਂਦੇ ਆ। ਅਸਲ ਵਿੱਚ ਉਹ ਪਰਮੇਸ਼ਵਰ ਦੀ ਹਜ਼ੂਰੀ 'ਚ ਆ ਕੇ ਗੂੰਗੀਆਂ ਮੂਰਤਾਂ ਜਿਹੇ ਬਣੇ ਹੁੰਦੇ ਆ। ਉਹ ਤਾਂ ਕਹਿੰਦਾ ਮੈਂ ਵਿੱਚ ਤੁਹਾਡੇ ਚੱਲਿਆ ਫਿਰੂੰਗਾ, ਲੇਕਿਨ ਉਹਨਾਂ ਦੀ ਹਾਲਤ ਕਿੱਦਾਂ ਦੀ ਹੈ? ਉਹ ਦਿਖਾਈ ਇੱਦਾਂ ਹੀ ਦਿੰਦੇ ਵੀ ਜਿੱਦਾਂ ਜਿਉਂਦੇ ਇਨਸਾਨ ਆ, ਪਰ ਗੂੰਗੀਆਂ ਮੂਰਤਾਂ ਦੀ ਤਰ੍ਹਾਂ ਆ ਜਿਹੜੀਆਂ ਬੋਲ ਸਕਦੀਆਂ ਨਹੀਂ। ਕੀ ਪਰਮੇਸ਼ਵਰ ਆਪਣੇ ਲੋਕਾਂ ਨੂੰ ਸਿਰਫ ਗੈਰ ਮਸੀਹੀ ਲੋਕਾਂ ਵਿੱਚੋਂ ਨਿਕਲ ਕੇ ਆਉਣ ਲਈ ਆਖਦਾ ਹੈ, ਜਾਂ ਇਹਦੇ ਵਿੱਚ ਕੋਈ ਹੋਰ ਵੀ ਭੇਤ ਆ ਜਿਹਨੂੰ ਸਾਨੂੰ ਸਮਝਣ ਦੀ ਲੋੜ ਆ? ਜ਼ਿਆਦਾਤਰ ਅਸੀਂ ਕਈ ਵਾਰੀ ਇਸ ਚੀਜ਼ ਨੂੰ ਸਿਰਫ ਇੰਨਾ ਕੁ ਲੈਂਦੇ ਹਾਂ, ਬਲਕਿ ਗੈਰ ਮਸੀਹੀ ਲੋਕਾਂ ਨੂੰ ਉਹ ਤੌਬਾ ਦਾ ਸੰਦੇਸ਼ ਹੈ, ਜਦ ਕਿ ਬਾਹਰ ਨਿਕਲਣ ਅਤੇ ਅਲੱਗ ਹੋਣ ਲਈ ਉਹ ਮਸੀਹ ਵਿੱਚ ਰਲੀ ਮਿਲੀ ਹੋਈ ਭੀੜ ਬਾਰੇ ਆਖਦਾ ਹੈ। ਉਹ ਲੋਕ ਖਤਰਨਾਕ ਨਹੀਂ ਜਿਹੜੇ ਗੈਰ ਮਸੀਹੀ ਹੈ, ਉਹ ਲੋਕ ਖਤਰਨਾਕ ਆ ਜਿਹੜੇ ਮਸੀਹੀ ਭੀੜ ਦੇ ਵਿੱਚ ਆ ਰਲੇ, ਜਿਨ੍ਹਾਂ ਨੇ ਮਸੀਹੀ ਲੋਕਾਂ ਦਾ ਮਖੌਟਾ ਪਾਇਆ ਹੋਇਆ ਹੈ, ਜਿਹੜੇ ਆਪਣੇ ਆਪ ਨੂੰ ਮਸੀਹਾਂ ਦੇ ਵਿੱਚ ਗਿਣਦੇ ਆ, ਪਰ ਅਸਲ ਦੇ ਵਿੱਚ ਅਸਲ ਦੁਸ਼ਮਣ ਜਿਹੜੇ ਉਹ ਆ।
ਇਸਰਾਇਲੀ ਅਗਰ ਇਕੱਲੇ ਨਿਕਲ ਕੇ ਆਉਂਦੇ ਨਾ ਫਿਰ ਕੋਈ ਮਸਲਾ ਨਹੀਂ ਸੀ, ਲੇਕਿਨ ਉਹਨਾਂ ਦੇ ਨਾਲ ਇੱਕ ਰਲੀ ਮਿਲੀ ਭੀੜ ਵੀ ਨਿਕਲੀ, ਔਰ ਨਿਕਲ ਆਉਣ ਦਾ ਕਰਕੇ ਕਿਤੇ ਕਿਤੇ ਉਹਨਾਂ ਦੇ ਮਨ ਵਿੱਚ ਵੀ ਆਉਂਦਾ ਹੋਣਾ ਅਸੀਂ ਵੀ ਇਹ ਕੱਢੇ ਗਏ ਲੋਕਾਂ ਦੇ ਵਿੱਚ ਸ਼ਾਮਲ ਆ, ਤੇ ਜੋ ਕੁਝ ਇਹ ਪ੍ਰਾਪਤ ਕਰਦੇ ਆ ਸਾਨੂੰ ਵੀ ਪ੍ਰਾਪਤ ਹੁੰਦਾ ਆ। ਸੋ ਅੱਜ ਵੀ ਆ ਗੈਰ ਕੌਮਾਂ ਦੇ ਵਿੱਚੋਂ ਤੇ ਸਾਡੇ ਵਾਂਗੂ ਨਿਕਲ ਆਏ, ਜਿੱਦਾਂ ਉਹ ਮਿਸਰ ਦੇ ਵਿੱਚੋਂ ਇਸਰਾਇਲੀਆਂ ਵਾਂਗੂ ਨਿਕਲ ਆਏ ਸੀ, ਲੇਕਿਨ ਪਰਮੇਸ਼ਰ ਕੁਛ ਸਮਝਾਉਣਾ ਚਾਹੁੰਦਾ ਹੈ। ਸੋ ਮੈਂ ਫਿਰ ਰਿਪੀਟ ਕਰਾਂਗਾ, ਗੈਰ ਮਸੀਹੀ ਲੋਕਾਂ ਨੂੰ ਉਹ ਤੌਬਾ ਦਾ ਸੰਦੇਸ਼ ਹੈ, ਜਦ ਕਿ ਬਾਹਰ ਨਿਕਲਣ ਅਤੇ ਅਲੱਗ ਹੋਣ ਲਈ ਉਹ ਮਸੀਹ ਵਿੱਚ ਰਲੀ ਮਿਲੀ ਹੋਈ ਭੀੜ ਬਾਰੇ ਦੱਸਦਾ ਹੈ। ਮਸੀਹ ਵਿੱਚ ਰਲੀ ਮਿਲੀ ਹੋਈ ਭੀੜ ਗੈਰ ਮਸੀਹੀ ਲੋਕਾਂ ਨਾਲੋਂ ਜ਼ਿਆਦਾ ਖਤਰਨਾਕ ਹੈ, ਕਿਉਂਕਿ ਉਹਨਾਂ ਦਾ ਸਾਨੂੰ ਪਤਾ ਹੀ ਹੈ, ਪਰ ਜਿਹੜੇ ਮਸੀਹ ਦੇ ਵਿੱਚ ਆ ਕੇ ਰਲ ਗਏ ਆ ਇਹ ਉਹਨਾਂ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹੈ। ਇਹ ਤੁਹਾਨੂੰ ਜੈਸਾ ਡੰਗ ਮਾਰਨਗੇ ਤੁਸੀਂ ਪਾਣੀ ਵੀ ਨਹੀਂ ਮੰਗਣ ਜੋਗੇ ਰਹਿਣਾ, ਇਸ ਲਈ ਖਤਰਨਾਕ ਹੈ। ਗੈਰ ਮਸੀਹੀ ਨੂੰ ਤੌਬਾ ਦੇ ਰਾਹ ਪਾਉਣਾ ਬਹੁਤ ਆਸਾਨ ਹੈ, ਪਰ ਇਹ ਜਿਹੜੀ ਮਿਲੀ ਜੁਲੀ ਹੋਈ ਭੀੜ ਸਾਡੇ ਵਿੱਚ ਸਾਡੇ ਰੂਪ ਦੇ ਵਿੱਚ ਰਹਿੰਦੀ ਹੈ, ਇਹਨਾਂ ਨੂੰ ਦੁਬਾਰਾ ਤੌਬਾ ਕਰਾਉਣੀ ਅਣਹੋਣੀ ਹੈ। ਲਿਖਿਆ ਵਚਨ ਦੇ ਵਿੱਚ, ਜਿਹੜਾ ਇੱਕ ਵਾਰੀ ਸਵਰਗੀ ਚੀਜ਼ਾਂ ਦਾ ਸਵਾਦ ਚੱਖ ਲਵੇ ਨਾ ਤੇ ਫਿਰ ਦੁਬਾਰਾ ਉਸੇ ਗੰਦ ਦੇ ਵਿੱਚ ਚਲਾ ਜਾਵੇ ਤੇ ਦੁਬਾਰਾ ਉਹਦੇ ਕੋਲ ਫਿਰ ਤੌਬਾ ਕਰਾਉਣੀ ਬੜੀ ਅਣਹੋਣੀ ਹੈ। ਗੈਰ ਮਸੀਹੀ ਪਾਪ ਅਤੇ ਸ਼ੈਤਾਨ ਦੇ ਬੰਧਨ ਵਿੱਚ ਹੁੰਦਾ ਹੈ, ਗੈਰ ਮਸੀਹੀ ਪਾਪ ਤੇ ਸ਼ੈਤਾਨ ਦੇ ਬੰਧਨ ਵਿੱਚ ਹੁੰਦਾ, ਪਰ ਰਲੀ ਮਿਲੀ ਭੀੜ ਵਾਲੇ ਕੋਲ ਪਾਪ ਨੂੰ ਬਲ ਦੇਣ ਦੇ ਲਈ ਵਚਨ ਦਾ ਸਹਾਰਾ ਹੁੰਦਾ। ਇਹ ਮੰਨਣਾ ਵੀ ਨਹੀਂ ਚਾਹੁੰਦਾ। ਗੈਰ ਮਸੀਹੀ ਨੂੰ ਤੇ ਜਦੋਂ ਤੁਸੀਂ ਪ੍ਰਚਾਰ ਕਰੋ ਨਾ, ਉਹਦੇ ਤੇ ਵਚਨ ਦੀ ਬਾਰਿਸ਼ ਹੋਵੇ, ਉਹ ਤੇ ਮੰਨ ਲੈਂਦਾ ਮੈਂ ਪਾਪੀ ਹਾਂ, ਇਕਰਾਰ ਕਰ ਲੈਂਦਾ ਮੈਂ ਪਾਪੀ ਹਾਂ, ਉਹ ਤੇ ਤੌਬਾ ਦੇ ਲਈ ਵੀ ਤਿਆਰ ਹੋ ਜਾਂਦਾ। ਲੇਕਿਨ ਇਹ ਜਿਹੜੇ ਆ ਗਏ ਨਾ ਵਿੱਚ, ਇਹ ਬੜੇ ਖਤਰਨਾਕ ਆ। ਇਹਨਾਂ ਦੀ ਸਭ ਤੋਂ ਵੱਡਾ ਖਤਰਨਾਕ ਪੁਆਇੰਟ ਇਹ ਆ ਕਿ ਇਹਨਾਂ ਦੇ ਕੋਲ ਹੁਣ ਆਪਣੇ ਪਾਪ ਨੂੰ ਪਰਦਾ ਪਾਉਣ ਦੇ ਲਈ ਤੇ ਪਾਪ ਨੂੰ ਬਲ ਦੇਣ ਦੇ ਲਈ ਇਹਨਾਂ ਕੋਲ ਵਚਨ ਦਾ ਸਹਾਰਾ, ਔਰ ਆਪਣੇ ਪਾਪ ਨੂੰ ਲੁਕਾਉਣ ਦੇ ਲਈ ਵਚਨ ਨੂੰ ਜਿਸ ਹੱਦ ਤੱਕ ਮਰਜ਼ੀ ਚਾਹੁਣ ਇਹ ਤੋੜ ਕੇ ਆਪਣੇ ਸੇਫਟੀ ਦੇ ਲਈ ਉਹਦਾ ਇਸਤੇਮਾਲ ਬਖੂਬੀ ਕਰ ਸਕਦੇ। ਅਸਲ ਦੇ ਵਿੱਚ ਇਹ ਜਿਹੜੇ ਹੈ ਨਾ, ਸ਼ੈਤਾਨ ਉਹਨਾਂ ਖਤਰਨਾਕ ਨਹੀਂ, ਇਹਨਾਂ ਨੂੰ ਮੈਂ ਕਹਿੰਦਾ ਨਾ ਇਹ ਸ਼ੈਤਾਨ ਦੇ ਵੀ ਪਿਓ ਆ, ਕਿਉਂਕਿ ਹੁਣ ਆਪਣੀ ਗੱਲ ਨੂੰ ਸਿੱਧ ਕਰਨ ਦੇ ਲਈ ਇਹਨਾਂ ਕੋਲ ਕੀ ਆ ਗਿਆ, ਵਚਨ ਦਾ ਬਾਲਿਆ, ਇਹਨਾਂ ਦੇ ਕੋਲ ਕਲਾਮ ਦਾ ਬਾਲਿਆ। ਸ਼ੈਤਾਨ ਆਇਆ ਨਾ ਪ੍ਰਭੂ ਯਿਸੂ ਮਸੀਹ ਕੋਲ, ਕਹਿੰਦਾ ਡੇਗ ਦੇ ਫਰਿਸ਼ਤਿਆਂ ਨੇ ਤੈਨੂੰ ਚੁੱਕ ਲੈਣਾ, ਕਹਿ ਪੱਥਰਾਂ ਨੂੰ ਰੋਟੀ ਬਣ ਜਾਣੀ ਆ। ਸੋ ਇਹ ਵੀ ਇਦਾਂ ਦੀ ਹੈ ਗੱਲ, ਜਦੋਂ ਵੀ ਕਰਨਗੇ ਕਲਾਮ ਦੇ ਲਹਿਜੇ ਦੇ ਨਾਲ ਹੀ ਕਰਨਗੇ, ਪਰ ਉਹਨੂੰ ਸਮਝਣਾ ਅਸੀਂ ਬਰੀਕੀ ਦੇ ਨਾਲ ਸਮਝਣਾ ਹੈ। ਵਚਨ ਇੱਕੋ ਹੀ ਹੈ, ਪਰ ਇਹੋ ਵਚਨ ਕਈਆਂ ਲਈ ਜ਼ਿੰਦਗੀ ਤੇ ਕਈਆਂ ਦੇ ਲਈ ਸਜ਼ਾ ਵੀ ਹੈ। ਕਲਾਮ ਕੀ ਹੈ? ਇੱਕੋ ਹੀ ਹੈ, ਪਰ ਇਹ ਕਈਆਂ ਦੇ ਲਈ ਜ਼ਿੰਦਗੀ ਹੈ ਤੇ ਕਈਆਂ ਦੇ ਲਈ ਕੀ ਹੈ ਭਲਾ? ਸਜ਼ਾ। ਜ਼ਿੰਦਗੀ ਇਹ ਉਹਨਾਂ ਲਈ ਹੈ ਜਿਹੜੇ ਰਲੀ ਮਿਲੀ ਹੋਈ ਭੀੜ ਦੀ ਨਹੀਂ ਸੁਣਦੇ, ਅਤੇ ਸਜ਼ਾ ਉਹਨਾਂ ਲਈ ਹੈ ਜਿਹੜੇ ਰਲੀ ਮਿਲੀ ਹੋਈ ਭੀੜ ਦੇ ਮਗਰ ਲੱਗੇ ਰਹਿੰਦੇ। ਸੋ ਧਿਆਨ ਦੇਣਾ, ਇਸੇ ਲਈ ਪਰਮੇਸ਼ਰ ਚਾਹੁੰਦਾ ਹੈ ਕਿ ਉਸਦੇ ਲੋਕ ਇਸ ਰਲੀ ਮਿਲੀ ਹੋਈ ਭੀੜ ਦਾ ਹਿੱਸਾ ਨਾ ਬਣਨ। ਇਹ ਜਿਹੜੇ ਰੌਸ਼ਨੀ ਪਾ ਗਏ ਆ, ਇਹ ਹਨੇਰੇ ਦਾ ਹਿੱਸਾ ਨਾ ਰਹਿਣ, ਬਲਕਿ ਉਸ ਤੋਂ ਕੀ ਹੋਣ? ਅਲੱਗ ਹੋ ਜਾਣ। ਅਲੀਸ਼ਾ ਨੇ ਕਿਹਾ ਨਾ ਔਰਤ ਨੂੰ, ਕਹਿੰਦਾ ਵੀ ਭਾਂਡੇ ਇਕੱਠੇ ਕਰ ਲਈ ਤੇ ਭਾਂਡੇ ਲੈ ਕੇ ਫਿਰ ਅੰਦਰ ਵੜ ਜਾਈ ਤੇ ਅੰਦਰੋਂ ਕੁੰਡੀ ਲਾ ਲਈ ਤੇ ਇਸ ਤੇਲ ਦੀ ਕੁੱਪੀ ਨੂੰ ਉਹਨਾਂ ਭਾਂਡਿਆਂ ਵਿੱਚ ਉਲੱਦਦੀ ਜਾਈ, ਤੇ ਜਿਹੜਾ ਭਾਂਡਾ ਭਰ ਜਾਵੇ ਉਹਨੂੰ ਖਾਲੀ ਤੋਂ ਵੱਖਰਾ ਰੱਖੀ। ਪਰਮੇਸ਼ਰ ਚਾਹੁੰਦਾ ਹੀ ਨਹੀਂ ਹੈ ਕਿ ਰੌਸ਼ਨੀ ਪਾਏ ਹੋਏ ਲੋਕ ਕਿਸੇ ਵੀ ਤਰ੍ਹਾਂ ਅੰਧਕਾਰ ਦੇ ਲੋਕਾਂ ਦੇ ਵਿੱਚ ਮਿਕਸ ਹੋਣ। ਲਿਖਿਆ ਹਨੇਰਾ ਰੌਸ਼ਨੀ ਦੇ ਵਿੱਚ ਮਿਕਸ ਸੀਗਾ, ਤੇ ਪਰਮੇਸ਼ਵਰ ਨੇ ਫਿਰ ਰੌਸ਼ਨੀ ਨੂੰ ਉਸ ਹਨੇਰੇ ਤੋਂ ਕੀ ਕੀਤਾ? ਵੱਖਰਾ ਕੀਤਾ। ਮਿਕਸ ਨਹੀਂ ਚੱਲਣਾ।
ਸੋ ਹਨੇਰਾ ਕਿੱਥੋਂ ਤੱਕ? ਤਹਿਾਂ ਤੱਕ ਆ, ਤੇ ਤਹਿਾਂ ਦੇ ਵਿੱਚੋਂ ਕੱਢਣਾ ਆ। ਸਭ ਤੋਂ ਪਹਿਲਾਂ ਤੇ ਉਹਨਾਂ ਵਿੱਚੋਂ ਨਿਕਲਣਾ ਆ ਜਿਨ੍ਹਾਂ ਵਿੱਚ ਰਹਿ ਕੇ ਅਸੀਂ ਆਪਣੀ ਅਕਲ ਦੇ ਪਰਮੇਸ਼ਰ ਬਣਾ ਬੈਠੇ ਸੀ। ਅਗਲਾ ਕੰਮ ਫਿਰ ਉਹਨਾਂ ਚੋਂ ਨਿਕਲ ਕੇ ਆ ਕੇ ਜਿਨ੍ਹਾਂ ਵਿੱਚ ਆਏ ਆ ਉਹਨਾਂ ਦੇ ਵਿੱਚ ਪਹਿਚਾਣ ਕਰਨੀ ਹੈ ਕਿ ਕਿਤੇ ਉਹਨਾਂ ਵਿੱਚ ਹਨੇਰਾ ਮਿਕਸ ਤੇ ਨਹੀਂ। ਜੇ ਉਹਨਾਂ ਵਿੱਚ ਮਿਕਸ ਆ ਫਿਰ ਉਹਨਾਂ ਦੇ ਵਿੱਚੋਂ ਨਿਕਲਣਾ, ਉਹਨਾਂ ਵਿੱਚੋਂ ਨਿਕਲ ਕੇ ਵੀ ਕੰਮ ਨਹੀਂ ਬਣਨਾ। ਉਹਨਾਂ ਵਿੱਚੋਂ ਨਿਕਲਣ ਤੋਂ ਬਾਅਦ ਆਪਣੇ ਆਪ ਦੇ ਵਿੱਚੋਂ ਵੀ ਨਿਕਲਣਾ ਹੈ, ਕਿਉਂਕਿ ਕਈ ਵਾਰੀ ਜਿਹੜਾ ਬਾਹਰ ਦਿਖਾਈ ਦੇ ਰਿਹਾ ਹੁੰਦਾ ਉਹ ਓਨਾ ਸਾਡੇ ਲਈ ਖਤਰਨਾਕ ਨਹੀਂ ਹੁੰਦਾ ਜਿੰਨਾ ਜਿਹੜਾ ਸਾਡੇ ਅੰਦਰ ਹੀ ਬੈਠਾ ਸਾਡੇ ਲਈ ਖਤਰਨਾਕ ਹੁੰਦਾ। ਸੋ ਇਸ ਲਈ ਜ਼ਰੂਰੀ ਕੀ ਹੈ ਭਲਾ? ਪਹਿਲਾਂ ਬਾਹਰਲਿਆਂ ਦੇ ਵਿੱਚੋਂ ਨਿਕਲ ਕੇ ਫਿਰ ਜਿਨ੍ਹਾਂ ਵਿੱਚ ਪ੍ਰਭੂ ਨੇ ਠਹਿਰਾਇਆ ਉਹਨਾਂ ਦੀ ਜਾਂਚ ਕਰਕੇ ਉਹਨਾਂ ਚੋਂ ਨਿਕਲ ਕੇ ਫਿਰ ਆਪਣੇ ਆਪ ਚੋਂ ਹੀ ਨਿਕਲਣਾ ਹੈ। ਬਪਤਿਸਮੇ ਦਾ ਮਤਲਬ ਹੀ ਇਹ ਹੈ, ਆਪਣੇ ਆਪ ਦੇ ਵਿੱਚੋਂ, ਯਾਨੀ ਕਿ ਪੁਰਾਣੇ ਨੂੰ ਆਪਣੀ ਇੱਛਾ ਦੇ ਨਾਲ ਦਫਨ ਕਰਕੇ ਉਹਦੇ ਵਿੱਚੋਂ ਨਵੇਂ ਨੂੰ ਲੈ ਕੇ ਨਿਕਲਣਾ। ਉਹਦੇ ਵਿੱਚੋਂ ਪਾਕ ਰੂਹ ਦੇ ਨਾਲ ਭਰੇ ਨੂੰ ਲੈ ਕੇ ਨਿਕਲਣਾ ਹੈ। ਇਸ ਲਈ ਕਹਿੰਦਾ ਜਿਹੜਾ ਭਾਂਡਾ ਭਰ ਜਾਵੇ ਨਾ ਉਹਨੂੰ ਖਾਲੀ ਤੋਂ ਵੱਖਰਾ ਰੱਖੀ। ਸੋ ਪਿਆਰੇ ਅਜੀਜ਼ੋ, ਖੁਦਾ ਇਸ ਕਲਾਮ ਦੇ ਉੱਤੇ ਆਪਣੀ ਆਸ਼ੀਸ਼ ਨੂੰ ਬਣਾਏ ਰੱਖੇ ਔਰ ਇਹ ਬਹੁਤਿਆਂ ਦੇ ਲਈ ਵੱਡੀ ਆਸ਼ੀਸ਼ ਬਰਕਤ ਦਾ ਕਾਰਨ ਬਣੇ। ਔਰ ਅਸੀਂ ਦੇਖਾਂਗੇ ਕੱਲ ਨੂੰ ਇਹਦੇ ਅਗਲੇ ਹਿੱਸੇ ਨੂੰ ਕਿ ਪ੍ਰਭੂ ਹੋਰ ਸਾਨੂੰ ਇਹਦੇ ਵਿੱਚੋਂ ਕੀ ਸਮਝਾਉਣਾ ਚਾਹੁੰਦਾ ਹੈ। ਲੇਕਿਨ ਅੱਜ ਦੇ ਲਈ ਇੰਨਾ ਕਾਫੀ ਹੈ ਕਿ ਪਰਮੇਸ਼ਵਰ ਨੇ ਕਿਹਾ ਕਿ ਰੋਸ਼ਨੀ ਹੋਵੇ ਤੇ ਰੋਸ਼ਨੀ ਹੋ ਗਈ, ਤੇ ਉਹਨੇ ਰੋਸ਼ਨੀ ਨੂੰ ਹਨੇਰੇ ਤੋਂ ਵੱਖਰਾ ਰੱਖਿਆ। ਉਸੇ ਤਰ੍ਹਾਂ ਅਸੀਂ ਜਿਹਨਾਂ ਨੇ ਰੋਸ਼ਨੀ ਪਾਈ ਹੈ, ਅਸੀਂ ਵੀ ਅੰਧਕਾਰ ਨੂੰ ਪ੍ਰੇਮ ਕਰਨ ਵਾਲੇ ਲੋਕਾਂ ਤੋਂ ਆਪਣੇ ਆਪ ਨੂੰ ਵੱਖਰਾ ਰੱਖਣਾ ਹੈ। ਖੁਦਾ ਤੁਹਾਨੂੰ ਬੜੀ ਬਰਕਤ ਦੇਵੇ। ਆਓ ਦੁਆ ਕਰਦੇ ਹਾਂ। ਪਿਆਰੇ ਖੁਦਾਵੰਦ ਖੁਦਾ, ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਦਇਆ, ਤੁਹਾਡੀ ਮੁਹੱਬਤ ਦੇ ਲਈ। ਤੁਸੀਂ ਆਪਣੇ ਵਚਨ ਦੇ ਦੁਆਰਾ ਸਾਡੇ ਸਭਨਾਂ ਨਾਲ ਗੱਲ ਕੀਤੀ ਖੁਦਾਵੰਦ। ਜਿੰਨੀਆਂ ਵੀ ਜ਼ਿੰਦਗੀਆਂ ਨੇ ਸੁਣਿਆ, ਹਰੇਕ ਜ਼ਿੰਦਗੀ ਦੇ ਤੇਰੀ ਵੱਡੀ ਆਸ਼ੀਸ਼ ਨੂੰ ਮੰਗ ਲੈਂਦੇ ਹਾਂ। ਅੱਗੇ ਵੀ ਜੋ ਸੁਣਨ ਖੁਦਾਵੰਦ, ਉਹਨਾਂ ਉੱਤੇ ਵੀ ਤੇਰਾ ਵੱਡਾ ਫਜ਼ਲ ਬਣਿਆ ਰਹੇ ਖੁਦਾਵੰਦ। ਸਾਡੀ ਪ੍ਰਾਰਥਨਾ ਸੁਣੋ ਖੁਦਾਵੰਦ, ਔਰ ਉਹਨਾਂ ਲੋਕਾਂ ਨੂੰ ਵੀ ਤੁਹਾਡੇ ਤਖਤ ਦੇ ਅੱਗੇ ਲੈ ਕੇ ਆਉਣੇ ਜਿਨ੍ਹਾਂ ਨੇ ਪ੍ਰਾਰਥਨਾ ਦੇ ਲਈ ਕਿਹਾ ਸੀ ਖੁਦਾਵੰਦ। ਇੱਕ ਇੱਕ ਜ਼ਿੰਦਗੀ ਦੇ ਲਈ ਤੇਰੀ ਵੱਡੀ ਆਸ਼ੀਸ਼ ਔਰ ਬਰਕਤ ਨੂੰ ਮੰਗਦਾ ਖੁਦਾਵੰਦ। ਤੁਸੀਂ ਹਰੇਕ ਉਸ ਜਨ ਦੀ, ਹਰੇਕ ਕਿਸਮ ਦੀ ਤਕਲੀਫ, ਬਿਮਾਰੀ, ਦੁੱਖ, ਪਰੇਸ਼ਾਨੀ ਤੋਂ ਵਾਕਿਫ ਹੋ। ਜਿੰਨਿਆਂ ਨੇ ਵੀ ਪ੍ਰਾਰਥਨਾ ਕਰਾਉਣ ਦੇ ਲਈ ਕਿਹਾ ਖੁਦਾਵੰਦ, ਉਹਨਾਂ ਸਭਨਾਂ ਨੂੰ ਤੇਰੇ ਤਖਤ ਦੇ ਅੱਗੇ ਲੈ ਕੇ ਉਹਨਾਂ ਤੇਰੇ ਵੱਡੇ ਅਨੁਗ੍ਰਹਿ ਨੂੰ ਮੰਗ ਲੈਣਾ ਖੁਦਾਵੰਦ। ਕਿਰਪਾ ਕਰੋ, ਸਾਡੀ ਦੁਆ ਨੂੰ ਸੁਣੋ ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਵੇ, ਆਮੀਨ ਆਮੀਨ। ਖੁਦਾ ਤੁਹਾਨੂੰ ਸਾਰਿਆਂ ਬੜੀ ਬਰਕਤ ਦੇਵੇ। ਔਰ ਕੱਲ ਸੈਚਰਡੇ ਆ, ਕੱਲ ਸ਼ਾਇਦ 15 ਕੁ ਮਿੰਟ ਪਹਿਲਾਂ ਵਚਨ ਦੇ ਹਿੱਸੇ 'ਚ ਜਾਵਾਂਗੇ, ਕਿਉਂਕਿ ਉਹ ਘਰਾਂ ਦੇ ਵਿੱਚ ਮੀਟਿੰਗ ਹੁੰਦੀ ਹੈ ਅਤੇ ਉਸ ਘਰੇਲੂ ਮੀਟਿੰਗ ਦੇ ਟਾਈਮ ਦੇ ਵਿੱਚ ਥੋੜ੍ਹਾ ਫਰਕ ਹੁੰਦਾ ਹੈ। ਅਤੇ 9:30 ਦੀ ਜਗ੍ਹਾ 'ਤੇ ਕੱਲ 9:15 ਵਜੇ ਖੁਦਾ ਦੀ ਅਗਰ ਇੱਛਾ ਹੋਈ ਤਾਂ ਅਸੀਂ ਵਚਨ ਨੂੰ ਸਿੱਖਾਂਗੇ। ਔਰ ਉਸ ਤੋਂ ਬਾਅਦ ਸੰਡੇ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਸ਼ਾਇਦ ਅਸੀਂ ਔਨਲਾਈਨ ਨਹੀਂ ਕਰਾਂਗੇ, ਕਿਉਂਕਿ ਸੰਡੇ ਰੈਗੂਲਰ ਇਬਾਦਤ ਹੁੰਦੀ ਹੈ। ਅਤੇ ਉਸ ਦਿਨ ਜਿਹੜਾ 6 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਹੈ, ਅਤੇ ਉਸ ਸਮੇਂ ਇੰਡੀਆ ਦੇ ਵਿੱਚ ਮੇਰੇ ਖਿਆਲ ਦੇ ਨਾਲ ਸੁਬਾਹ ਦੇ 4:30 ਵਜੇ ਹੋਣਗੇ। ਔਰ ਇਹ ਮੰਥਲੀ ਪ੍ਰੋਗਰਾਮ ਅਸੀਂ ਇੱਕ ਵੱਡੇ ਪੱਧਰ 'ਤੇ ਹੁਣ ਕਰਿਆ ਕਰਨਾ, ਅਤੇ ਉਹ ਇਸ ਵਾਰੀ ਦੀ ਪਹਿਲੀ ਮੀਟਿੰਗ ਜਿਹੜੀ ਹੈ ਉਹ ਸੰਡੇ ਨੂੰ ਆ। ਔਰ ਉਹਦੇ ਲਈ ਦੁਆ 'ਚ ਯਾਦ ਰੱਖਣਾ ਖੁਦਾ ਆਪਣੇ ਜਲਾਲ ਨੂੰ ਉੱਥੇ ਪ੍ਰਗਟ ਕਰੇ, ਔਰ ਨਵੇਂ ਨਵੇਂ ਲੋਕਾਂ ਨੂੰ ਇਨਵਾਈਟ ਕੀਤਾ ਹੈ, ਉਹਨਾਂ ਉੱਤੇ ਖੁਦਾ ਆਪਣੀ ਰੋਸ਼ਨੀ ਨੂੰ ਪ੍ਰਗਟ ਕਰੇ। ਜਿਵੇਂ ਸਾਨੂੰ ਲੈ ਕੇ ਆਇਆ ਰੋਸ਼ਨੀ ਵਿੱਚ, ਤਿਵੇਂ ਖੁਦਾ ਦੀ ਰੋਸ਼ਨੀ ਉਹਨਾਂ ਤੱਕ ਵੀ ਪਹੁੰਚੇ। ਸੋ ਪ੍ਰਾਰਥਨਾ ਵਿੱਚ ਯਾਦ ਰੱਖਣਾ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ। ਸਾਰਿਆਂ ਨੂੰ ਜੈ ਮਸੀਹ ਕੀ ਜੀ।